ਸਤਨਾਮ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਹਰਿ ਜੀਓ ਕਿਰਪਾ ਕਰਹੁ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵਹੁ। ਹਰਿ ਨਾਮ ਦੇਵਹੁ ਆਧਾਰੇ, ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨਹੁ, ਹਰਿ ਹਰਿ ਕਥਾ ਨਿਰਾਲੀ। ਜੋ ਗੁਰ ਕਹੈ ਸੋਈ ਭਲ ਮਾਨਹੁ, ਹਰਿ ਹਰਿ ਕਥਾ ਨਿਰਾਲੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਪਰਮ ਕਿਰਪਾਲੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਅਤੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕਰ ਘਰਾਂ ਦੇ ਵਿੱਚ ਬੈਠ ਕੇ ਹਾਜ਼ਰੀਆਂ ਲਵਾ ਰਹੀਆਂ ਸਾਧ ਸੰਗਤ, ਜੋ ਪਿਛਲੇ ਕੁਝ ਮਹੀਨਿਆਂ ਤੋਂ ਦਸਮ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੰਦੇੜ ਦੀ ਪਾਵਨ ਧਰਤੀ ਦੇ ਕੀਤੇ ਹੋਏ 52 ਹੁਕਮ 52 ਬਚਨ, ਤਿਨਾਂ ਦੀ ਵਿਚਾਰ ਚੱਲ ਰਹੀ ਹੈ। ਉਸੇ ਵਿਚਾਰ ਦੇ ਅਧੀਨ ਜੋ ਲਾਸਟ 5 ਬਚਨ ਸਤਿਗੁਰਾਂ ਦੇ ਬਾਕੀ ਰਹਿ ਗਏ ਸਨ, ਉਹਨਾਂ 5 ਬਚਨਾਂ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਬਚਨ ਨੰਬਰ 48 to 52। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਬਚਨ ਪੜ੍ਹੀਏ ਤਾਂ ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਰੱਖੀ। ਕਹਿੰਦੇ, ਹੈ ਮੇਰੇ ਮਾਲਕ, ਮੇਰੀ ਤੇਰੇ ਅੱਗੇ ਇਹ ਅਰਜ਼ ਹੈ, ਇਹ ਅਰਦਾਸ ਹੈ, ਇਹ ਬੇਨਤੀ ਹੈ ਕਿ ਬਾਬਾ ਅਬ ਨਾ ਬਸੋਂ ਇਹ ਗਾਉਂ। ਕੀ ਕਹਿ ਰਹੇ ਨੇ ਕਬੀਰ ਸਾਹਿਬ? ਕਹਿੰਦੇ, ਮੈਂ ਚਾਹੁੰਦਾ ਕਿ ਮੈਂ ਇਸ ਸੰਸਾਰ ਦੇ ਵਿੱਚ, ਇਸ ਮਨੁੱਖਾ ਜੀਵਨ ਦੇ ਵਿੱਚ ਦੁਬਾਰਾ ਨਾ ਆਵਾਂ। ਤੂੰ ਰਹਿਮਤ ਕਰ, ਮੇਰਾ ਤੇਰੇ ਨਾਲ ਮੇਲ ਹੋ ਜਾਏ। ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਸ਼ਰੇ ਥੇ ਮਾਧੋ, ਕਈ ਜਨਮ ਹੋ ਗਏ, ਕਹਿੰਦੇ ਤੇਰੇ ਨਾਲੋਂ ਵਿਛੜਿਆਂ, ਕਿਰਪਾ ਕਰ ਹੁਣ ਆਪਣੇ ਨਾਲ ਮੇਲ ਲੈ। ਕਬੀਰ ਸਾਹਿਬ ਕਹਿੰਦੇ, ਮੈਂ ਇਸ ਦੁਨੀਆ ਦੇ ਵਿੱਚ ਦੁਬਾਰਾ ਆਉਣਾ ਨਹੀਂ ਚਾਹੁੰਦਾ। ਰਵਿਦਾਸ ਸਾਹਿਬ ਕਹਿੰਦੇ ਕਿ ਕਈ ਜਨਮ ਹੋ ਗਏ ਵਿਛੜਿਆਂ, ਹੁਣ ਤੂੰ ਮੇਲ। ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹੇ ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਇਸ ਇਨਸਾਨ ਦੀ ਹਾਲਤ ਕੀ ਹੋਈ ਪਈ ਹੈ, ਇਹਦੀ ਮਾਨਸਿਕਤਾ ਕਹਿ ਲਈਏ ਜਾਂ ਇਹਦਾ ਸਮਾਜ ਦੇ ਵਿੱਚ ਵਿਚਰਨਾ ਕੈਸਾ ਹੋ ਗਿਆ। ਕਹਿਣ ਲੱਗੇ, ਇਹ ਇਨਸਾਨ ਚਾਹੁੰਦਾ ਤਾਂ ਹੈ ਕਿ ਇਹ ਧਰਮੀ ਬਣ ਜਾਏ,
ਇਹਦੇ ਮਨ ਦੇ ਵਿੱਚ ਇੱਛਾ ਤਾਂ ਹੋਏਗੀ ਕਿ ਇਹ ਆਪਣੇ ਜੀਵਨ ਨੂੰ ਸਫਲ ਬਣਾ ਲਵੇ, ਪਰ ਹੋਇਆ ਕੀ ਹੈ, ਕਰ ਕੀ ਰਿਹਾ ਏ? ਸਤਿਗੁਰੂ ਜੀ ਕਹਿਣ ਲੱਗੇ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ। ਗੁਰੂ ਅਰਜਨ ਸਾਹਿਬ ਕਹਿੰਦੇ, ਯਾਦ ਰੱਖਿਓ, ਕਬੀਰ ਸਾਹਿਬ ਵੀ ਅਰਦਾਸ ਕਰ ਰਹੇ ਨੇ ਰੱਬ ਦੇ ਚਰਨਾਂ 'ਚ, ਭਗਤ ਰਵਿਦਾਸ ਜੀ ਵੀ ਮਿਲਣ ਵਾਸਤੇ ਤਰਲਾ ਲੈ ਰਹੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿ ਮਿਲੇਗਾ ਤਾਂ ਜੇਕਰ ਤੂੰ ਉਹ ਕਰੇਗਾ ਜੋ ਤੂੰ ਕਰਨ ਵਾਸਤੇ ਦੁਨੀਆ ਦੇ ਵਿੱਚ ਆਇਆ ਹੈ। ਮਿਲਾਪ ਹੋਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਹੋਵੇਗਾ ਕਿਵੇਂ? ਮਿਲਾਪ ਵੱਲ ਪਹੁੰਚਣਾ ਚਾਹੁੰਦਾ ਏ, ਮੈਂ ਮਿਲਾਪ ਵਾਲੇ ਰਸਤੇ ਤੇ ਚੱਲਣਾ ਚਾਹੁੰਦਾ, ਮੈਨੂੰ ਕਰਨਾ ਕੀ ਪਏਗਾ? ਸਤਿਗੁਰੂ ਜੀ ਕਹਿੰਦੇ, ਤੂੰ ਪੂਰੀ ਆਪਣੇ ਜੀਵਨ ਦੀ ਖੇਡ ਨੂੰ ਹੀ ਉਲਟਾ ਕਰ ਦਿੱਤਾ ਹੈ। ਜਿਹਦੇ ਨਾਲ ਪਿਆਰ ਪਾਉਣਾ ਸੀ ਉਹਦੇ ਨਾਲ ਪਾਇਆ ਨਹੀਂ। ਸੰਗ ਸਹਾਈ ਸੋ ਆਵੈ ਨਾ ਚੀਤ, ਉਹ ਪ੍ਰਮਾਤਮਾ ਤੇ ਤੇਰੇ ਹਿਰਦੇ ਵਿੱਚ ਇੱਕ ਪਲ ਵਾਸਤੇ ਵੀ ਨਹੀਂ ਆਉਂਦਾ, ਤੂੰ ਉਹਦੀ ਯਾਦ ਵਿੱਚ ਇੱਕ ਪਲ ਵਾਸਤੇ ਵੀ ਜੁੜਦਾ ਨਹੀਂ। ਜੋ ਬਹਿਰਾਈ ਤਾਂ ਸਿਉ ਪ੍ਰੀਤ, ਜਿਹੜਾ ਦੁਸ਼ਮਣ ਹੈ ਉਹਦੇ ਨਾਲ ਤੂੰ ਮੋਹ ਪਾ ਕੇ ਬੈਠਾ ਹੈ। ਜਿਹੜਾ ਮਿੱਤਰ ਹੈ ਉਹਦੇ ਨਾਲ ਪਿਆਰ ਕੋਈ ਨਹੀਂ, ਜਿਹੜਾ ਦੁਸ਼ਮਣ ਹੈ ਉਹਦੇ ਨਾਲ ਪਿਆਰ ਹੈ। ਤੇ ਸਤਿਗੁਰੂ ਜੀ ਕਹਿੰਦੇ, ਫਿਰ ਇਸੇ ਕਰਕੇ ਹੀ ਇਆਹੂ ਜੁਗਤ ਬਿਹਾਨੇ ਕਈ ਜਨਮ, ਭਲਿਆ ਤੇਰੇ ਕਈ ਜਨਮ ਇਸੇ ਕਰਕੇ ਵਿਅਰਥ ਚਲੇ ਗਏ, ਵੇਸਟ ਚਲੇ ਗਏ। ਕਿਉਂ? ਕਿਉਂਕਿ ਤੂੰ ਉਹ ਕੀਤਾ ਜੋ ਤੈਨੂੰ ਨਹੀਂ ਸੀ ਕਰਨਾ ਚਾਹੀਦਾ, ਉਹ ਕੀਤਾ ਹੀ ਨਹੀਂ ਜੋ ਤੈਨੂੰ ਕਰਨਾ ਚਾਹੀਦਾ ਸੀ। ਤੇ ਸਾਧ ਸੰਗਤ ਖਿਆਲ ਕਰਿਓ, ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ 52 ਬਚਨ ਪੜ੍ਹਦੇ ਆ ਨਾ, ਤੇ ਯਾਦ ਰਹੇ ਕਿ ਸਤਿਗੁਰੂ ਜੀ ਚਾਹੁੰਦੇ ਨੇ ਕਿ ਇਨਸਾਨ ਆਪਣੇ ਜੀਵਨ ਨੂੰ ਸਫਲ ਬਣਾ ਲਵੇ। ਛੋਟੀਆਂ ਛੋਟੀਆਂ ਕਮੀਆਂ ਜਿਹੜੀਆਂ ਨੇ ਇਨਸਾਨ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਰੋਕ ਸਕਦੀਆਂ ਨੇ। ਜਿਵੇਂ ਕਹਿੰਦੇ ਨੇ ਇੱਕ ਪਾਰਸ ਹੈ, ਪਾਰਸ ਦਾ ਮਤਲਬ ਹੈ ਜੀ ਟੱਚ ਸਟੋਨ ਜਿਹਨੂੰ ਕਿਹਾ ਜਾਂਦਾ ਹੈ। ਤੇ ਉਹਦੇ ਬਾਰੇ ਕੀ ਸਮਾਜ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਫੇਮਸ ਕੀ ਹੈ? ਕਹਿੰਦੇ ਪਾਰਸ ਜੇਕਰ ਲੋਹੇ ਨੂੰ ਟੱਚ ਕਰ ਜਾਏ ਤੇ ਉਹ ਲੋਹੇ ਨੂੰ ਸੋਨੇ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਪਾਰਸ ਦੀ ਇਹ ਖਾਸੀਅਤ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਪਾਰਸ ਪਰ ਉਪਕਾਰ ਕਰ, ਜਾਤ ਨਾ ਅਸ਼ਟ ਧਾਤ ਵਿਚਾਰੇ। ਪਾਰਸ ਦੀ ਇਹ ਖਾਸੀਅਤ ਹੈ ਕਿ ਜੇਕਰ 8 ਧਾਤਾਂ 8 ਮੈਟਲਸ ਜੇਕਰ ਪਾਰਸ ਦੇ ਨਾਲ ਟੱਚ ਕਰਨਗੀਆਂ ਤਾਂ ਉਹ ਪਾਰਸ ਉਹਨਾਂ ਨੂੰ 골ਡ ਦੇ ਵਿੱਚ, ਸੋਨੇ ਦੇ ਵਿੱਚ ਕਨਵਰਟ ਕਰ ਦੇਗਾ। ਪਰ ਇੱਥੇ ਇੱਕ ਕੰਡੀਸ਼ਨ ਨਾਲ ਹੈ ਕਿ ਪਾਰਸ ਦੇ ਨਾਲ ਸੋਨਾ ਜਾਂ ਬਾਕੀ 8 ਧਾਤਾਂ ਦੇ ਵਿੱਚੋਂ ਕੋਈ ਵੀ ਧਾਤ ਟੱਚ ਹੋਣੀ ਚਾਹੀਦੀ ਹੈ। ਜਦੋਂ ਤੱਕ ਟੱਚ ਨਹੀਂ ਹੋਏਗੀ ਉਦੋਂ ਤੱਕ ਉਹ 골ਡ ਨਹੀਂ ਬਣੇਗੀ, ਉਦੋਂ ਤੱਕ ਉਹ ਸੋਨਾ ਨਹੀਂ ਬਣੇਗਾ। ਸਪੋਜ਼ ਕਰ ਲਓ ਕਿ ਆਪਣੇ ਹੱਥ ਦੀ ਤਲੀ ਦੇ ਉੱਤੇ ਮੈਂ ਪਾਰਸ ਦਾ ਟੁਕੜਾ ਰੱਖ ਲਵਾਂ, ਟੱਚ ਸਟੋਨ ਰੱਖ ਲਵਾਂ, ਉਹਦੇ ਉੱਤੇ ਇੱਕ ਪਤਲਾ ਜਿਹਾ ਬਰੀਕ ਵੈਰੀ ਥਿਨ ਪੇਪਰ ਰੱਖ ਦਵਾਂ, ਉਹਦੇ ਉੱਤੇ ਇੱਕ ਲੋਹੇ ਦਾ ਟੁਕੜਾ। ਇਸੇ ਤਰ੍ਹਾਂ ਇਹ ਤਿੰਨੇ ਚੀਜ਼ਾਂ ਭਾਵੇਂ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿਣ, ਉਹ ਲੋਹੇ ਦਾ ਟੁਕੜਾ, ਉਹ ਪੀਸ ਆਫ ਆਇਰਨ ਕਦੇ ਵੀ 골ਡ ਵਿੱਚ ਕਨਵਰਟ ਨਹੀਂ ਹੋਏਗਾ। ਕਿਉਂ? ਕਿਉਂਕਿ ਪਾਰਸ ਤੇ ਆਇਰਨ ਲੋਹੇ ਦੇ ਸੈਂਟਰ ਦੇ ਵਿੱਚ ਇੱਕ ਕਾਗਜ਼ ਦਾ ਟੁਕੜਾ ਆ ਗਿਆ। ਜਦੋਂ ਉਸ ਕਾਗਜ਼ ਦੇ ਟੁਕੜੇ ਨੂੰ, ਪੀਸ ਆਫ ਪੇਪਰ ਨੂੰ ਆਪਾਂ ਬਾਹਰ ਕੱਢ ਦਵਾਂਗੇ, ਲੋਹਾ ਪਾਰਸ ਨਾਲ ਟੱਚ ਕਰੇਗਾ ਤੇ ਉਹ ਸੋਨਾ ਬਣ ਜਾਏਗਾ। ਸਿਰਫ ਇੰਨੀ ਕੀ ਗੱਲ ਹੈ। ਸਤਿਗੁਰੂ ਚਾਹੁੰਦੇ ਨੇ ਕਿ ਇਨਸਾਨ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰੇ, ਪਰ ਪ੍ਰੋਬਲਮ ਕੀ ਆ ਗਈ ਕਿ ਇਨਸਾਨ ਦੇ ਜੀਵਨ ਦੇ ਵਿੱਚ ਐਸੀਆਂ ਕੁਝ ਕਮੀਆਂ ਆ ਗਈਆਂ, ਜਿਹੜੀਆਂ ਰੁਕਾਵਟਾਂ ਉਸ ਇਨਸਾਨ ਨੂੰ ਪ੍ਰਮਾਤਮਾ ਤੱਕ ਪਹੁੰਚਣ ਨਹੀਂ ਦੇ ਰਹੀਆਂ। ਤੇ ਸਤਿਗੁਰੂ ਜੀ ਚਾਹੁੰਦੇ ਨੇ ਕਿ ਹਰ ਇੱਕ ਇਨਸਾਨ ਜਿਹੜਾ ਵੀ ਇਸ ਜਗਤ ਦੇ ਵਿੱਚ ਆਇਆ ਹੈ, ਉਹ ਇਹਨਾਂ ਰੁਕਾਵਟਾਂ ਨੂੰ ਦੂਰ ਕਰਦਾ ਹੋਇਆ, ਇਹਨਾਂ ਕਮੀਆਂ ਨੂੰ ਆਪਣੇ ਅੰਦਰੋਂ ਬਾਹਰ ਕੱਢਦਾ ਹੋਇਆ ਉਸ ਪ੍ਰਮਾਤਮਾ ਤੱਕ ਪਹੁੰਚ ਸਕੇ। ਤੇ ਉਸੇ ਵਾਸਤੇ ਹੀ ਸਤਿਗੁਰਾਂ ਨੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਈਏ ਜਾਂ ਬਾਣੀ ਦੇ ਰਾਹੀਂ
ਥਾਂ ਥਾਂ ਤੇ ਸਾਨੂੰ ਅਵੇਅਰ ਕੀਤਾ ਏ, ਉਪਦੇਸ਼ ਦਿੱਤਾ ਕਿ ਭਲਿਆ ਤੂੰ ਆਪਣੇ ਜੀਵਨ ਨੂੰ ਜੇਕਰ ਸਫਲ ਬਣਾਉਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਇਹ ਜਿਹੜਾ ਮੈਥਡ ਅਪਣਾਉਣਾ ਪਏਗਾ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਅੱਜ ਦੇ ਬਚਨ ਨੇ 5, ਇਹਨਾਂ ਦੇ ਵਿੱਚ ਇਹੀ ਗੱਲ ਸਾਨੂੰ ਸਮਝਾ ਰਹੇ ਨੇ। ਜਿਹੜਾ 48th ਬਚਨ ਹੈ, ਇਹਦੇ ਵਿੱਚ ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਚੋਰੀ, ਜਾਰੀ, ਠੱਗੀ, ਧੋਖਾ, ਦਗਾ ਨਹੀਂ ਕਰਨਾ। ਸਤਿਗੁਰੂ ਜੀ ਕਹਿੰਦੇ ਚੋਰੀ, ਜਾਰੀ, ਠੱਗੀ, ਧੋਖਾ, ਦਗਾ ਨਹੀਂ ਕਰਨਾ। ਹੁਣ ਇਹ ਕਮੀਆਂ ਨੇ ਸਾਡੇ ਜੀਵਨ ਦੇ ਵਿੱਚ। ਪਹੁੰਚਣਾ ਹੈ ਰੱਬ ਤੱਕ, ਪਰ ਉਦੋਂ ਤੱਕ ਨਹੀਂ ਪਹੁੰਚਾਂਗੇ ਜਦੋਂ ਤੱਕ ਇਹ ਸਾਡੇ ਅੰਦਰ ਕਮੀਆਂ ਬੈਠੀਆਂ ਹੋਈਆਂ ਨੇ, ਇਹ ਰੁਕਾਵਟਾਂ ਦੇ ਵਿੱਚ ਜਦੋਂ ਤੱਕ ਅਸੀਂ ਉਲਝੇ ਬੈਠੇ ਆ, ਫਸੇ ਬੈਠੇ ਆ। ਤੇ ਸਤਿਗੁਰੂ ਜੀ ਕਹਿੰਦੇ ਇਹ ਔਗੁਣ, ਚੋਰੀ, ਜਾਰੀ, ਠੱਗੀ, ਧੋਖਾ, ਦਗਾ, ਇਹ ਤੇਰੇ ਜੀਵਨ ਦੇ ਵਿੱਚ ਨਹੀਂ ਹੋਣੇ ਚਾਹੀਦੇ। ਇਹਨਾਂ ਤੋਂ ਤੂੰ ਬਚ ਕੇ ਰਹਿਣਾ ਹੈ, ਕਿਉਂਕਿ ਇਹ ਐਸੀਆਂ ਰੁਕਾਵਟਾਂ ਨੇ ਜਿਨ੍ਹਾਂ ਦੇ ਵਿੱਚ ਜੇਕਰ ਤੂੰ ਇੱਕ ਵਾਰ ਫਸ ਗਿਆ, ਤਮਾਮ ਜ਼ਿੰਦਗੀ ਤੂੰ ਇਹਨਾਂ ਵਿੱਚੋਂ ਨਿਕਲ ਨਹੀਂ ਪਾਉਣਾ। ਕੋਸ਼ਿਸ਼ ਕਰ ਗੁਰੂ ਦੇ ਉਪਦੇਸ਼ ਨੂੰ ਫੋਲੋ ਕਰਦਿਆਂ ਹੋਇਆਂ ਇਹਨਾਂ ਤੋਂ ਬਚ ਕੇ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਹੁਣ ਜਿਹੜੀ ਚੋਰੀ ਹੈ, ਚੋਰੀ ਇਨਸਾਨ ਉਹੀ ਕਰਦਾ ਹੈ ਜਿਹੜਾ ਇਨਸਾਨ ਮਾਇਆ ਦੇ ਮੋਹ ਦੇ ਵਿੱਚ ਫਸ ਚੁੱਕਾ ਹੋਵੇ। ਤੇ ਜ਼ਰੂਰੀ ਨਹੀਂ ਕਿ ਚੋਰੀ ਪੈਸੇ ਦੀ ਹੀ ਕੀਤੀ ਜਾਵੇ, ਜ਼ਰੂਰੀ ਨਹੀਂ ਕਿ ਦੌਲਤ ਹੀ ਚੁਰਾਈ ਜਾਵੇ। ਕਈ ਵਾਰ ਇਨਸਾਨ ਉਹ ਕੁਝ ਚੁਰਾ ਜਾਂਦਾ ਹੈ ਜਿਹਦੇ ਬਾਰੇ ਇਨਸਾਨ ਨੇ ਕਦੇ ਸੋਚਿਆ ਤੱਕ ਵੀ ਨਹੀਂ ਹੁੰਦਾ। ਸੋਨਾ, ਚਾਂਦੀ, ਧਨ ਦੌਲਤ ਦੀ ਚੋਰੀ ਤਾਂ ਆਮ ਤੌਰ ਤੇ ਹੁੰਦੀ ਰਹਿੰਦੀ ਹੈ, ਪਰ ਕਈ ਵਾਰ ਇਨਸਾਨ ਕਿਸੇ ਔਰਤ ਦੀ ਇੱਜ਼ਤ ਵੀ ਚੁਰਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨਹੀਂ, ਚੋਰੀ ਤੋਂ ਅਗਲਾ ਜਿਹੜਾ ਬਚਨ ਹੈ ਨਾ, ਯਾਰੀ, ਇਹਨਾਂ ਦੋਨਾਂ ਨੂੰ ਇਸੇ ਕਰਕੇ ਇਕੱਠਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਚੋਰ ਹੈ, ਚੋਰ ਜਿਹੜਾ ਇਨਸਾਨ ਹੈ, ਉਹ ਮੰਦੇ ਜਾਂ ਚੰਗੀ ਦੀ ਵਿਚਾਰ ਕਦੇ ਨਹੀਂ ਕਰਦਾ। ਉਹਦਾ ਕਰਮ, ਉਹਦਾ ਜਿਹੜਾ ਕੰਮ ਹੈ ਉਹ ਚੋਰੀ ਕਰਨਾ ਹੈ, ਤੇ ਚੋਰੀ ਕਿਸੇ ਵੀ ਤਰ੍ਹਾਂ ਦੀ ਹੋਏ ਉਹ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕਰੇਗਾ। ਚਾਹੇ ਪੈਸੇ ਦੀ ਹੋਵੇ, ਚਾਹੇ ਧਨ ਦੌਲਤ ਦੀ ਹੋਵੇ, ਤੇ ਚਾਹੇ ਕਿਸੇ ਦੀ ਇੱਜ਼ਤ ਦੀ ਹੋਵੇ। ਸਤਿਗੁਰੂ ਜੀ ਕਹਿੰਦੇ ਉਹ ਚੁਰਾਏਗਾ ਜ਼ਰੂਰ। ਤੇ ਜਿਹੜਾ ਚੋਰੀ ਵਰਗੇ ਔਗੁਣ ਦੇ ਵਿੱਚ ਫਸ ਗਿਆ, ਸਤਿਗੁਰੂ ਜੀ ਕਹਿੰਦੇ ਉਹ ਕਦੇ ਵਾਸਤੇ ਵੀ ਆਪਣੇ ਜੀਵਨ ਨੂੰ ਸਫਲ ਬਣਾ ਹੀ ਨਹੀਂ ਸਕਦਾ। ਚੋਰੀ, ਜਾਰੀ, ਜਾਰੀ ਦਾ ਮਤਲਬ ਹੈ ਜੀ ਅਡਲਟਰੀ, ਵਿਭਚਾਰ। ਸਤਿਗੁਰੂ ਜੀ ਕਹਿੰਦੇ ਵਿਭਚਾਰ ਤੋਂ ਬਚ ਕੇ ਰਹਿਣਾ ਹੈ, ਅਡਲਟਰੀ ਤੋਂ ਬਚ ਕੇ ਰਹਿਣਾ ਹੈ, ਕਿਉਂਕਿ ਇਹ ਇੱਕ ਐਸਾ ਔਗਣ ਕਹਿ ਲਈਏ ਜਿਹੜਾ ਇਨਸਾਨ ਦੇ ਆਤਮਿਕ ਜੀਵਨ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ। ਸਤਿਗੁਰਾਂ ਦਾ ਬਚਨ ਕਿਤੇ ਬਾਣੀ ਦੇ ਵਿੱਚੋਂ ਪੜ੍ਹਿਓ, ਪਾਤਸ਼ਾਹ ਜੀ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੇਂ, ਘਰੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੇਂ। ਸਤਿਗੁਰੂ ਜੀ ਕਹਿੰਦੇ ਇੱਕ ਪਲ ਦੀ ਖੁਸ਼ੀ ਵਾਸਤੇ ਇਨਸਾਨ ਐਸੇ ਕੁਕਰਮ ਕਰ ਬੈਠਦਾ ਏ ਜਿਨ੍ਹਾਂ ਦਾ ਸਿੱਟਾ, ਜਿਨ੍ਹਾਂ ਦਾ ਨਤੀਜਾ ਇਹਨੂੰ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਹੈ। ਐਸੀਆਂ ਜੀਵਨ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਰਦਿਆਂ ਹੋਇਆਂ ਉਸ ਨੂੰ ਆਪਣੀ ਸਾਰੀ ਜ਼ਿੰਦਗੀ ਉਹਨਾਂ ਬਿਮਾਰੀਆਂ ਦੇ ਵਿੱਚ ਫਸ ਕੇ ਦੁਖੀ ਹੋ ਕੇ ਬਤੀਤ ਕਰਨੀ ਪੈਂਦੀ ਹੈ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਅਵੇਅਰ ਕਰਦੇ ਪਏ ਨੇ, ਕਹਿੰਦੇ ਭਲਿਆ ਯਾਦ ਰੱਖੀ, ਚੋਰੀ ਦੇ ਨਾਲ ਨਾਲ ਜਿੱਥੇ ਚੋਰੀ ਛੱਡਣੀ ਹੈ ਉੱਥੇ ਜਾਰੀ ਵੀ ਨਹੀਂ ਕਰਨੀ, ਵਿਭਚਾਰ, ਅਡਲਟਰੀ ਤੋਂ ਵੀ ਬਚ ਕੇ ਰਹਿਣਾ, ਕਿਉਂਕਿ ਇਹ ਵੀ ਤੇਰੇ ਆਤਮਿਕ ਜੀਵਨ ਨੂੰ ਖਤਮ ਕਰ ਦੇਵੇਗੀ। ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਸਿੱਖਾਂ ਦੇ ਨਾਲ ਵਿਚਾਰ ਹੋਏ ਨਾ ਜੀ ਨੰਦੇੜ ਦੀ ਧਰਤੀ ਤੇ, ਉਹ ਕਿਤੇ ਪੜ੍ਹ ਕੇ ਦੇਖਿਓ। ਸਤਿਗੁਰਾਂ ਨੇ ਉੱਥੇ ਸਿੱਖਾਂ ਨੂੰ ਇਹੀ ਗੱਲ ਸਮਝਾਈ। ਜਦੋਂ ਕਹਿੰਦੇ ਨੇ ਸਿੱਖਾਂ ਨੇ ਇਹ ਬਚਨ ਕਿਹਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਪਾਤਸ਼ਾਹ ਜਦੋਂ ਮੁਗਲ ਜਿਹੜੇ ਨੇ ਉਹ ਕਿਸੇ ਇਲਾਕੇ ਦੇ ਉੱਤੇ, ਕਿਸੇ ਸ਼ਹਿਰ ਦੇ ਉੱਤੇ ਹਮਲਾ ਕਰਦੇ ਨੇ, ਉੱਥੋਂ ਦੀਆਂ ਬਹੂ ਬੇਟੀਆਂ ਨੂੰ ਉਠਾ ਕੇ ਲੈ ਜਾਂਦੇ ਨੇ, ਉਹਨਾਂ ਦੇ ਨਾਲ ਉਹ ਕੁਕਰਮ ਕਰਦੇ ਨੇ, ਉਹਨਾਂ ਦੇ ਨਾਲ ਉਹ ਵਿਭਚਾਰ ਕਰਦੇ ਨੇ, ਤੇ ਸਾਨੂੰ ਕਿਉਂ ਗੁਰੂ ਸ਼ਾਸਤਰ, ਗੁਰਬਾਣੀ ਕਹਿ ਲਈਏ ਜਾਂ ਗੁਰੂ ਉਪਦੇਸ਼, ਸਾਨੂੰ ਕਿਉਂ ਐਸਾ ਕਰਮ ਕਰਨ ਤੋਂ ਰੋਕਦਾ ਹੈ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਚਨ ਕਿਹਾ ਸੀ, ਕਹਿਣ ਲੱਗੇ ਸਿੱਖੋ ਹਮ ਲੈ ਜਾਣੋ ਪੰਥ ਉਚੇਰੇ, ਮੈਂ ਆਪਣੇ ਪੰਥ ਨੂੰ ਬਹੁਤ ਉੱਚਾ ਲੈ ਕੇ ਜਾਣਾ ਚਾਹੁੰਦਾ, ਤੇ ਇਹ ਜਿਹੜੇ ਵਿਭਚਾਰ ਵਰਗੇ ਮਾੜੇ ਕਰਮ ਨੇ, ਔਗੁਣ ਨੇ, ਇਹ ਇਸ ਪੰਥ ਨੂੰ ਨਿਵਾਣ ਦੇ ਵਿੱਚ ਨੀਵੇਂ ਪਾਸੇ ਲੈ ਕੇ ਜਾਣਗੇ। ਮੈਂ ਨਹੀਂ ਚਾਹੁੰਦਾ ਕਿ ਮੇਰਾ ਸਿੱਖ ਜਿਹੜਾ ਹੈ ਇਹੋ ਜਿਹੇ ਮਾੜੇ ਕਰਮਾਂ ਦੇ ਵਿੱਚ ਫਸ ਕੇ ਆਪਣੇ ਆਤਮਿਕ ਜੀਵਨ ਨੂੰ ਨਸ਼ਟ ਕਰ ਲਵੇ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਲਿਓ ਚੋਰੀ ਨਹੀਂ ਕਰਨੀ, ਜਾਰੀ ਨਹੀਂ ਕਰਨੀ। ਤੇ ਯਾਦ ਰਹੇ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਚੋਰ ਹੈ ਨਾ ਜੀ, ਚੋਰ ਦੀ ਹਾਮੀ ਕੋਈ ਨਹੀਂ ਜੇ ਭਰਦਾ। ਬੜਾ ਪਿਆਰਾ ਬਚਨ ਸਤਿਗੁਰੂ ਦਾ, ਕਹਿਣ ਲੱਗੇ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਹਿੰਦੇ ਚੋਰ ਦੀ ਕੋਈ ਵੀ ਗਵਾਹੀ ਨਹੀਂ ਦੇਗਾ, ਕੋਈ ਵੀ ਉਹਦੀ ਹਾਮੀ ਨਹੀਂ ਭਰੇਗਾ, ਕੋਈ ਵੀ ਉਹਦੀ ਸਾਈਡ ਨਹੀਂ ਲਏਗਾ। ਕਿਉਂ? ਕਿਉਂਕਿ ਚੋਰ ਨੇ ਜੇਕਰ ਅੱਜ ਕਿਸੇ ਦੇ ਘਰ ਚੋਰੀ ਕੀਤੀ ਹੈ, ਮੈਂ ਜੇਕਰ ਉਹਦੀ ਸਾਈਡ ਲਵਾਂਗਾ ਤਾਂ ਕੱਲ ਨੂੰ ਉਹ ਮੇਰੇ ਘਰ ਵੀ ਚੋਰੀ ਕਰ ਸਕਦਾ ਹੈ। ਜਿਹੜਾ ਚੋਰ ਹੈ ਉਹਦੇ ਕੀਤੇ ਹੋਏ ਕੰਮ ਨੂੰ ਕੋਈ ਚੰਗਾ ਨਹੀਂ ਕਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਕਿ ਖਿਆਲ ਰਹੇ ਕਿ ਸਿੱਖ ਕਦੇ ਵੀ ਐਸੇ ਚੋਰੀ ਵਰਗੇ ਔਗਣ ਦੇ ਵਿੱਚ ਨਾ ਫਸੇ, ਯਾਰੀ ਵਰਗੇ ਔਗਣ ਦੇ ਵਿੱਚ ਨਾ ਫਸੇ। ਠੱਗੀ ਤੇ ਧੋਖਾ ਤੇ ਦਗਾ, ਇਹ ਤਿੰਨ ਸਿਮਿਲਰ ਵਰਡ ਨੇ। ਸਤਿਗੁਰੂ ਜੀ ਕਹਿੰਦੇ ਨਾ ਕਿਸੇ ਦੇ ਨਾਲ ਤੂੰ ਠੱਗੀ ਕਰਨੀ ਹੈ। ਵੈਸੇ ਜਿਸ ਤਰ੍ਹਾਂ ਦਾ ਅੱਜ ਸਮਾਜ ਬਣਿਆ ਪਿਆ ਨਾ ਜੀ, ਇਸ ਸਮਾਜ ਦੇ ਵਿੱਚ ਹਰ ਇੱਕ ਇਨਸਾਨ ਵੱਧ ਤੋਂ ਵੱਧ ਦੌਲਤ ਕਮਾਉਣੀ ਚਾਹੁੰਦਾ ਹੈ। ਤੇ ਉਸ ਦੌਲਤ ਨੂੰ ਕਮਾਉਣ ਦੇ ਲਈ ਉਹ ਨਹੀਂ ਸੋਚਦਾ ਕਿ ਠੀਕ ਕੀ ਹੈ ਤੇ ਗਲਤ ਕੀ ਹੈ, ਚੰਗਾ ਕੀ ਹੈ ਤੇ ਮਾੜਾ ਕੀ ਹੈ। ਉਸ ਨੂੰ ਮਤਲਬ ਕੇਵਲ ਪੈਸੇ ਦੇ ਨਾਲ ਹੈ, ਮਾਇਆ ਦੇ ਨਾਲ ਹੈ। ਉਹਦੇ ਕੋਲ ਮਾਇਆ ਆਉਣੀ ਚਾਹੀਦੀ ਹੈ, ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆਏ। ਕਿਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਿਓ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਜਦੋਂ ਪਹਿਲੀ ਵਾਰ ਪੜਾਂਗੇ ਨਾ, ਤੇ ਉਹਨਾਂ ਨੇ ਪਹਿਲੀ ਵਾਰ ਦੇ ਵਿੱਚ ਹੀ ਇਹ ਜ਼ਿਕਰ ਕੀਤਾ। ਕਹਿੰਦੇ ਜਦੋਂ ਅਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਸੀ ਹੋਇਆ ਦੁਨੀਆ ਦੇ ਵਿੱਚ, ਜਾਂ ਇਦਾਂ ਕਹਿ ਲਈਏ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਸਤਿਗੁਰਾਂ ਨੇ ਪੂਰੇ ਸੰਸਾਰ ਦੇ ਵੱਲ ਜਦੋਂ ਧਿਆਨ ਮਾਰਿਆ, ਨਜ਼ਰ ਮਾਰੀ, ਜਿਵੇਂ ਬਚਨ ਆਪਾਂ ਪੜ੍ਹਦੇ ਹਾਂ ਵਾਰਾਂ ਦੇ ਵਿੱਚ, ਕਹਿੰਦੇ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨਾਨਕ ਨੇ ਦੇਖਿਆ ਸਾਰਾ ਸੰਸਾਰ ਸੜਦਾ ਪਿਆ ਏ। ਤੇ ਉਸ ਟਾਈਮ ਤੇ ਉੱਥੇ ਭਾਈ ਗੁਰਦਾਸ ਜੀ ਇੱਕ ਹੋਰ ਗੱਲ ਵੀ ਕਹਿੰਦੇ ਨੇ। ਕਹਿੰਦੇ ਦੁਨੀਆ ਦੇ ਲੋਕਾਂ ਦੀ ਹਾਲਤ ਕੈਸੀ ਬਣੀ ਪਈ ਹੈ, ਚਾਹੇ ਕੋਈ ਇਸਤਰੀ ਹੋਵੇ ਚਾਹੇ ਕੋਈ ਮਰਦ ਹੋਵੇ, ਹਰ ਇੱਕ ਦੀ ਮੰਜ਼ਿਲ ਇੱਕ ਬਣ ਚੁੱਕੀ ਹੈ। ਕਿਹੜੀ? ਕਹਿੰਦੇ ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਔਰਤ ਤੇ ਮਰਦ ਦੀ ਇੱਕੋ ਹੀ ਮੰਜ਼ਿਲ ਬਣ ਗਈ ਹੈ ਕਿ ਪੈਸਾ ਆਉਣਾ ਚਾਹੀਦਾ ਹੈ, ਧਨ ਆਉਣਾ ਚਾਹੀਦਾ ਹੈ, ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆਵੇ। ਚਾਹੇ ਕਿਸੇ ਨੂੰ ਲੁੱਟ ਕੇ ਧਨ ਇਕੱਠਾ ਕੀਤਾ ਜਾਵੇ, ਚਾਹੇ ਕਿਸੇ ਨੂੰ ਠੱਗੀ ਦੇ ਨਾਲ ਧਨ ਇਕੱਠਾ ਕੀਤਾ ਜਾਵੇ, ਚਾਹੇ ਕਿਸੇ ਨੂੰ ਧੋਖਾ ਦੇ ਕੇ ਧਨ ਇਕੱਠਾ ਕੀਤਾ ਜਾਵੇ। ਧਨ ਘਰ ਦੇ ਵਿੱਚ ਆਉਣਾ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਆ ਰਿਹਾ ਹੈ ਇਹਦੇ ਨਾਲ ਕੋਈ ਮਤਲਬ ਨਹੀਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਸੇ ਨੂੰ ਠੱਗਣਾ ਨਹੀਂ, ਕਿਸੇ ਨੂੰ ਧੋਖਾ ਨਹੀਂ ਦੇਣਾ, ਦਗਾ ਨਹੀਂ ਕਰਨਾ। ਧੋਖਾ ਤੇ ਦਗਾ ਇਹ ਦੋਨੋਂ ਬੜੇ ਕਲੋਜ਼ ਵਰਡ ਨੇ। ਤਕਰੀਬਨ ਇਹਨਾਂ ਦਾ ਮਤਲਬ ਇੱਕ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਲਿਆ ਯਾਦ ਰਹੇ ਕਿ ਤੇਰੇ ਨਾਲ ਚਾਹੇ ਕੋਈ ਧੋਖਾ ਕਰ ਜਾਏ, ਪਰ ਤੂੰ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ। ਕਿਉਂਕਿ ਧੋਖਾ ਇਨਸਾਨ ਦੀ ਇੱਕ ਐਸੀ ਫਿਤਰਤ ਹੈ ਜਿਹੜਾ ਇਨਸਾਨ ਨੂੰ ਉਹਦੇ ਆਤਮਿਕ ਜੀਵਨ ਤੋਂ ਗਿਰਾ ਸਕਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਚੋਰੀ ਨਹੀਂ ਕਰਨੀ, ਯਾਰੀ ਨਹੀਂ ਕਰਨੀ, ਠੱਗੀ ਨਹੀਂ ਕਿਸੇ ਦੇ ਨਾਲ ਕਰਨੀ। ਅੱਜ ਤਾਂ ਸਮਾਜ ਦੇ ਵਿੱਚ ਇਹ ਵੇਖਿਆ ਨਹੀਂ ਨਾ ਜਾਂਦਾ, ਭਰਾ ਨੂੰ ਠੱਗ ਰਿਹਾ ਹੈ, ਸੱਜਣ ਮਿੱਤਰ ਜਿਹੜਾ ਉਹ ਆਪਣੇ ਦੂਸਰੇ ਮਿੱਤਰ ਨੂੰ ਠੱਗਦਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਇਸ ਠੱਗੀ ਤੋਂ ਬਚਣਾ ਹੈ। ਹੁਣ ਦੇਖੋ ਸੱਜਣ ਠੱਗ ਨੂੰ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ। ਸੱਜਣ ਠੱਗ ਦੇ ਬਾਰੇ ਇਹ ਫੇਮਸ ਹੈ ਇਤਿਹਾਸ ਦੇ ਵਿੱਚ ਕਿ ਸੱਜਣ ਠੱਗ ਜਿਹੜਾ ਸੀ ਉਹ ਇੱਕ ਸਰਾਂ ਬਣਾ ਕੇ ਬੈਠਾ ਸੀ, ਜਾਂ ਇਦਾਂ ਕਹਿ ਲਈਏ ਈਜ਼ੀ ਵਰਡਸ ਦੇ ਵਿੱਚ ਕਿ ਉਸਨੇ ਇੱਕ ਐਸਾ ਹੋਟਲ ਬਣਾਇਆ ਹੋਇਆ ਸੀ ਜਿੱਥੇ ਟੂਰਿਸਟ ਜਿਹੜੇ ਨੇ ਆਣ ਕੇ ਵਿਸ਼ਰਾਮ ਵਾਸਤੇ ਰੁਕਦੇ। ਉਹ ਸੱਜਣ ਠੱਗ ਜਿਹੜਾ ਹੈ ਉਹ ਲੋਕਾਂ ਨੂੰ ਉੱਥੇ ਠਹਿਰਨ ਵਾਸਤੇ, ਰੁਕਣ ਵਾਸਤੇ ਜਗ੍ਹਾ ਦਿੰਦਾ, ਤੇ ਜਿੱਥੇ ਜਗ੍ਹਾ ਦਿੰਦਾ ਹੈ ਰੁਕਣ ਵਾਸਤੇ ਉਹਨਾਂ ਦੀ ਆਓ ਭਗਤ ਕਰਦਾ, ਵੈਲਕਮ ਕਰਦਾ। ਪਰ ਜਦੋਂ ਰਾਤ ਨੂੰ ਉਹ ਸੌਂ ਜਾਂਦੇ ਤੇ ਉਹਨਾਂ ਦਾ ਧਨ ਦੌਲਤ ਲੁੱਟ ਕੇ ਉਹਨਾਂ ਨੂੰ ਮਾਰ ਲੈਂਦਾ। ਇਹਨੂੰ ਠੱਗਣਾ ਕਹਿੰਦੇ ਨੇ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸੱਜਣ ਠੱਗ ਦੀ ਇਸ ਕਮੀ ਨੂੰ ਦੇਖਿਆ, ਤੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਮੀ ਨੂੰ ਦੇਖਿਆ ਫਿਰ ਉੱਥੇ ਸੱਜਣ ਠੱਗ ਨੂੰ ਸਮਝਾਇਆ। ਕਹਿਣ ਲੱਗੇ ਸੱਜਣਾ, ਨਾਮ ਤਾਂ ਤੇਰਾ ਬੜਾ ਪਿਆਰਾ ਏ, ਕੰਮ ਵੀ ਕਿਤੇ ਸੱਜਣਾ ਵਰਗੇ ਕਰਿਆ ਕਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸੱਜਣ ਠੱਗ ਦੀ ਠੱਗੀ ਛੁਡਾ ਦਿੱਤੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਭਲਿਆ ਸਿੱਖ ਐਸਾ ਹੋਵੇ ਕਿ ਚਾਹੇ ਉਹ ਆਪਣੇ ਜੀਵਨ ਦੇ ਵਿੱਚ ਕਿੰਨਾ ਵੀ ਲਾਸ ਕਿਉਂ ਨਾ ਖਾ ਜਾਏ, ਚਾਹੇ ਉਸ ਨੂੰ ਕਿੰਨਾ ਵੀ ਘਾਟਾ ਕਿਉਂ ਨਾ ਪੈ ਜਾਏ, ਪਰ ਕਿਸੇ ਦੇ ਨਾਲ ਨਾ ਤਾਂ ਉਹ ਠੱਗੀ ਕਰੇ,
ਨਾ ਕਿਸੇ ਨੂੰ ਧੋਖਾ ਦੇਵੇ। ਯਾਦ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਮੁਤਾਬਕ ਹੀ ਜਿਹੜਾ ਸਿੱਖ ਹੋ ਕੇ ਕਿਸੇ ਦੀ ਚੋਰੀ ਕਰਦਾ ਹੈ, ਜਾਰੀ ਕਰਦਾ ਹੈ, ਠੱਗੀ ਕਰਦਾ ਹੈ, ਧੋਖਾ ਜਾਂ ਦਗਾ ਕਰਦਾ ਹੈ, ਉਹ ਸਿੱਖ ਕਹਾ ਹੀ ਨਹੀਂ ਸਕਦਾ। ਸਿੱਖ ਉਹ ਹੈ ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਨੂੰ ਫੋਲੋ ਕਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਨਾ ਧੋਖਾ ਕਰਨਾ ਹੈ ਤੇ ਨਾ ਠੱਗੀ ਕਰਨੀ ਹੈ। ਤੇ ਜਿਹੜਾ ਸਿੱਖ ਹੋ ਕੇ ਇਹ ਕਰਮ ਕਰਦਾ ਪਿਆ ਹੈ, ਸਤਿਗੁਰੂ ਜੀ ਕਹਿੰਦੇ ਉਹ ਸਿੱਖ ਨਹੀਂ ਹੋ ਸਕਦਾ, ਬਹਿਰੂਪੀਆ ਤਾਂ ਹੋ ਸਕਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਲਾਸਟ ਵੀਕ ਜਿਹੜੇ ਲਾਸਟ 5 ਵਚਨ ਆਪਾਂ ਵਿਚਾਰੇ ਸੀ, ਉਹਨਾਂ ਦੇ ਵਿੱਚ ਸਤਿਗੁਰਾਂ ਦਾ ਇੱਕ ਵਚਨ ਸੀ, ਕਹਿੰਦੇ ਸਵਾਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ। ਹੁਣ ਜਿਹੜਾ ਦਿਖਾਵੇ ਦਾ ਸਿੱਖ ਹੋਏਗਾ ਉਹ ਤਾਂ ਚੋਰੀ ਵੀ ਕਰ ਸਕਦਾ ਹੈ, ਉਹ ਯਾਰੀ ਵੀ ਕਰ ਸਕਦਾ ਹੈ, ਉਹ ਠੱਗੀ ਵੀ ਕਰੇਗਾ, ਧੋਖਾ ਵੀ ਕਰੇਗਾ। ਪਰ ਜਿਹੜਾ ਓਰੀਜਨਲ ਸਿੱਖ ਹੈ, ਜਿਹੜਾ ਸਿੱਧਕੀ ਸਿੱਖ ਹੈ, ਉਹ ਇਹਨਾਂ ਮਾੜੇ ਔਗਣਾਂ ਤੋਂ ਬਚ ਕੇ ਰਹੇਗਾ। ਉਹ ਇਸ ਐਸੇ ਔਗਣਾਂ ਦੇ ਵਿੱਚ ਫਸੇਗਾ ਨਹੀਂ, ਉਹਦਾ ਜੀਵਨ ਜਿਹੜਾ ਬਿਲਕੁਲ ਖਾਲਸ ਹੋਏਗਾ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਔਗਣਾਂ ਤੋਂ ਬਚਣਾ ਹੈ। ਤੇ ਜਿਹੜਾ 49ਵਾਂ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਕਹਿਣ ਲੱਗੇ ਸਿੱਖ ਦਾ ਇਤਬਾਰ ਕਰਨਾ। ਮਤਲਬ ਇਤਬਾਰ ਦਾ ਮਤਲਬ ਹੈ ਜੀ ਵਿਸ਼ਵਾਸ ਕਰਨਾ, ਬਲੀਵ ਇਨ ਆ ਗੁਰਸਿੱਖ। ਸਿੱਖ ਦੇ ਉੱਤੇ ਵਿਸ਼ਵਾਸ ਰੱਖਣਾ ਹੈ। ਕੈਸੇ ਸਿੱਖ ਦੇ ਉੱਤੇ? ਯਾਦ ਰਹੇ ਵਿਖਾਵੇ ਵਾਲੇ ਸਿੱਖ ਦੇ ਉੱਤੇ ਨਹੀਂ। ਉਹ ਸਿੱਖ ਜਿਹੜਾ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਕਰਦਾ ਪਿਆ ਹੈ, ਜਿਹੜਾ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਪਿਆ, ਜਿਹੜਾ ਗੁਰੂ ਉਪਦੇਸ਼ ਦੇ ਅਕੋਰਡਿੰਗਲੀ ਆਪਣੀ ਲਾਈਫ ਸਪੈਂਡ ਕਰਦਾ ਪਿਆ ਹੈ, ਸਤਿਗੁਰੂ ਜੀ ਕਹਿੰਦੇ ਉਸ ਸਿੱਖ ਦਾ ਇਤਬਾਰ ਕਰਨਾ ਹੈ। ਤੇ ਜਦੋਂ ਕਿਤੇ ਮੁਹਸਨ ਫਾਨੀ ਨੂੰ ਪੜ੍ਹੀਏ, ਇੱਕ ਹਿਸਟੋਰੀਅਨ ਹੋਇਆ ਮੁਹਸਨ ਫਾਨੀ, ਉਹਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿੰਦੇ ਜਦੋਂ ਸਿੱਖਾਂ ਦੇ ਜੀਵਨ ਨੂੰ ਵੇਖੀਏ, ਉਹ ਉਸ ਟਾਈਮ ਦੇ ਸਿੱਖਾਂ ਦਾ ਜ਼ਿਕਰ ਕਰਦਾ, ਪੁਰਾਤਨ ਸਿੱਖਾਂ ਦਾ। ਕਹਿੰਦੇ ਕਮਾਲ ਦੇ ਸਿੱਖ ਨੇ, ਜੇਕਰ ਕੋਈ ਸਿੱਖ ਗੁਰੂ ਦਾ ਨਾਮ ਲੈ ਕੇ, ਚਾਹੇ ਉਹ ਕਿਸੇ ਦੂਜੇ ਨੂੰ ਜਾਣਦਾ ਹੈ ਚਾਹੇ ਨਹੀਂ ਜਾਣਦਾ, ਚਾਹੇ ਉਹਦਾ ਆਪਸ ਦੇ ਵਿੱਚ ਕੋਈ ਸਬੰਧ, ਕੋਈ ਰਿਸ਼ਤਾ ਹੈ, ਰਿਲੇਸ਼ਨ ਹੈ ਜਾਂ ਨਹੀਂ ਹੈ, ਪਰ ਜੇਕਰ ਕਿਤੇ ਕੋਈ ਸਿੱਖ ਕਿਸੇ ਦੂਜੇ ਸਿੱਖ ਦੇ ਘਰ ਦੇ ਵਿੱਚ ਚਲਾ ਜਾਵੇ ਜਿਸ ਨੂੰ ਉਹ ਜਾਣਦਾ ਹੀ ਨਹੀਂ, ਗੁਰੂ ਦੇ ਨਾਂ ਕਰਕੇ, ਸਿੱਖ ਹੋਣ ਦੇ ਕਰਕੇ, ਉਹ ਸਿੱਖ ਜਿਹੜਾ ਉਸ ਆਪਣੇ ਨਾ ਜਾਣਨ ਵਾਲੇ ਸਿੱਖ ਨੂੰ ਵੀ ਪੂਰਾ ਸਤਿਕਾਰ ਦਿੰਦਾ ਹੈ ਆਪਣੇ ਘਰ ਦੇ ਵਿੱਚ। ਇੱਕ ਐਸਾ ਸਿੱਖ ਜਿਸ ਦਾ ਕਿਸੇ ਪਿੰਡ ਦੇ ਵਿੱਚ ਕੋਈ ਜਾਣਕਾਰ ਨਹੀਂ, ਉਹ ਸਫ਼ਰ ਦੇ ਵਿੱਚ ਹੈ, ਰਾਤ ਪੈ ਗਈ, ਰਾਤ ਕੱਟਣ ਵਾਸਤੇ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਕਿਸੇ ਸਿੱਖ ਦਾ ਘਰ ਹੈ। ਤੇ ਉਹ ਜਿਹੜਾ ਮੁਸਾਫਰ ਹੈ, ਟਰੈਵਲਰ ਹੈ, ਉਹ ਉਸ ਸਿੱਖ ਦੇ ਘਰ ਦੇ ਵਿੱਚ ਚਲਾ ਗਿਆ, ਦਰਵਾਜ਼ਾ ਖੜਕਾਇਆ। ਤੇ ਜਦੋਂ ਦਰਵਾਜ਼ਾ ਖੋਲ੍ਹਿਆ ਸਿੱਖ ਨੇ, ਤੇ ਜਿਹੜਾ ਮੁਸਾਫਰ ਹੈ ਉਸਨੇ ਕਿਹਾ, ਕਹਿਣ ਲੱਗਾ ਭਲਿਆ ਮੈਂ ਵੀ ਤੇਰੇ ਵਾਂਗ ਗੁਰੂ ਦਾ ਸਿੱਖ ਹਾਂ, ਤੇ ਕਿਰਪਾ ਕਰ, ਹਨੇਰਾ ਹੋ ਗਿਆ, ਰਾਤ ਪੈ ਗਈ ਹੈ, ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਪਰ ਰਾਤ ਦੇ ਕਰਕੇ ਚੱਲ ਨਹੀਂ ਸਕਦਾ, ਜੇ ਹੋ ਸਕੇ ਤੇ ਮੈਨੂੰ ਰਾਤ ਕੱਟਣ ਵਾਸਤੇ ਆਪਣੇ ਘਰ 'ਚ ਜਗ੍ਹਾ ਦੇ। ਹੁਣ ਯਾਦ ਰਹੇ ਕਿ ਕੋਈ ਅਣਜਾਣ ਨੂੰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਆਪਣੇ ਘਰ ਦੇ ਵਿੱਚ ਰਹਿਣ ਵਾਸਤੇ ਥਾਂ ਨਹੀਂ ਦੇਗਾ। ਪਰ ਜਦੋਂ ਸਿੱਖ ਗੁਰੂ ਦਾ ਨਾਂ ਸੁਣਦਾ ਹੈ ਤੇ ਗੁਰੂ ਦਾ ਨਾਂ ਸੁਣ ਕੇ ਕਿਸੇ ਵੀ ਅਣਜਾਣ ਸਿੱਖ ਦੇ ਉੱਤੇ ਵਿਸ਼ਵਾਸ ਕਰਕੇ ਉਹਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੰਦਾ ਹੈ। ਸਿੱਖ ਦਾ ਐਸਾ ਵਿਸ਼ਵਾਸ ਸਿੱਖ ਦੇ ਉੱਤੇ ਹੋਣਾ ਚਾਹੀਦਾ ਹੈ। ਤੇ ਸਿਆਣੇ ਬਜ਼ੁਰਗਾਂ ਦੇ ਕੋਲੋਂ ਸੁਣੀਦਾ ਹੈ ਕਿ ਕੋਈ ਐਸਾ ਵੀ ਸਮਾਂ ਸੀ ਜਦੋਂ ਸਿੱਖ ਦੇ ਉੱਤੇ ਇੰਨਾ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜੇਕਰ ਕਿਸੇ ਨੇ ਆਪਣੀ ਧੀ ਭੈਣ ਨੂੰ ਕਿਸੇ ਦੂਸਰੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਭੇਜਣਾ ਹੁੰਦਾ ਸੀ, ਤੇ ਕੋਈ ਸਿੱਖ ਦੇਖਿਆ ਜਾਂਦਾ ਸੀ ਰਸਤੇ ਵਿੱਚ ਆਉਂਦਾ, ਉਹਦੇ ਨਾਲ ਤੋਰ ਦਿੱਤਾ ਜਾਂਦਾ ਸੀ, ਕਿਉਂਕਿ ਵਿਸ਼ਵਾਸ ਹੁੰਦਾ ਸੀ ਕਿ ਇਹ ਜਿਹੜਾ ਸਿੱਖ ਹੈ, ਚਾਹੇ ਇਹ ਆਪਣੀ ਜਾਨ ਕੁਰਬਾਨ ਕਰਦਾ ਹੈ, ਪਰ ਇਹਦੇ ਨਾਲ ਜਿਹੜੀ ਮੈਂ ਆਪਣੀ ਬੇਟੀ ਤੋਰਨ ਲੱਗਾ ਵਾਂ, ਘੱਲਣ ਲੱਗਾ ਹੈ, ਇਹ ਮੇਰੀ ਬੇਟੀ ਦੀ ਇੱਜ਼ਤ ਉੱਤੇ ਕਦੇ ਵੀ ਆਂਚ ਨਹੀਂ ਆਉਣ ਦੇਗਾ। ਐਸਾ ਵਿਸ਼ਵਾਸ ਸਿੱਖ ਦੇ ਉੱਤੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕਹਿੰਦੇ ਸਿੱਖ ਦਾ ਇਤਬਾਰ ਕਰੇ, ਵਿਸ਼ਵਾਸ ਕਰੇ ਸਿੱਖ ਦੇ ਉੱਤੇ। ਵਿਸ਼ਵਾਸ ਲਫ਼ਜ਼ ਬੜਾ ਗਹਿਰਾ ਹੈ। ਕਹਿੰਦੇ ਨੇ ਵਿਸ਼ਵਾਸ ਬਣਾਉਣ ਦੇ ਲਈ ਇਨਸਾਨ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਵਿਸ਼ਵਾਸ ਪੈਦਾ ਕਰਨ ਦੇ ਲਈ ਇਨਸਾਨ ਦੀ ਸਾਰੀ ਲਾਈਫ ਜਿਹੜੀ ਹੈ ਉਹ ਥੋੜੀ ਪੈ ਜਾਂਦੀ ਹੈ, ਪਰ ਟੁੱਟਣ ਲੱਗਿਆਂ ਕੇਵਲ ਕੁਝ ਪਲ, ਕੁਝ ਸੈਕਿੰਡਸ ਚਾਹੀਦੇ ਨੇ। ਕੁਝ ਪਲਾਂ ਦੇ ਵਿੱਚ ਸਦੀਆਂ ਦਾ ਬਣਾਇਆ ਹੋਇਆ ਜਿਹੜਾ ਵਿਸ਼ਵਾਸ ਨਾ ਉਹ ਟੁੱਟ ਸਕਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਮੇਰੇ ਸਿੱਖ ਦਾ ਜੀਵਨ ਐਸਾ ਹੋਏ ਕਿ ਜਿਸ ਦਾ ਇੱਕ ਵਾਰ ਸਿੱਖ ਦੇ ਉੱਤੇ ਵਿਸ਼ਵਾਸ ਬੱਝ ਗਿਆ,
ਉਹ ਆਪਣੀ ਰਹਿੰਦੀ ਜ਼ਿੰਦਗੀ ਤੱਕ ਉਸ ਬਣੇ ਹੋਏ ਵਿਸ਼ਵਾਸ ਨੂੰ ਕਦੇ ਟੁੱਟਣ ਨਾ ਦੇਏ। ਸਤਿਗੁਰੂ ਜੀ ਕਹਿੰਦੇ ਸਿੱਖ ਦਾ ਇਤਬਾਰ ਕਰੇ। ਤੇ 50th ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਕਹਿੰਦੇ ਝੂਠੀ ਗਵਾਹੀ ਨਹੀਂ ਦੇਣੀ। ਡੂ ਨਾਟ ਗਿਵ ਅ ਫਾਲਸ ਟੈਸਟੀਮੋਨੀ। ਝੂਠੀ ਗਵਾਹੀ ਨਹੀਂ ਦੇਣੀ, ਚਾਹੇ ਜੀਵਨ ਦੇ ਵਿੱਚ ਕੁਝ ਵੀ ਹੋ ਜਾਏ, ਚਾਹੇ ਆਪਣੀ ਜ਼ਿੰਦਗੀ ਵੀ ਕੁਰਬਾਨ ਕਿਉਂ ਨਾ ਕਰਨੀ ਪੈ ਜਾਏ। ਸਤਿਗੁਰੂ ਜੀ ਕਹਿੰਦੇ ਕਦੇ ਵੀ ਸਿੱਖ ਜਿਹੜਾ ਵਾ ਉਹ ਝੂਠ ਦਾ ਪੱਲਾ ਨਹੀਂ ਪਕੜੇਗਾ, ਕਦੇ ਵੀ ਝੂਠ ਦਾ ਸਹਾਰਾ ਲੈ ਕੇ ਆਪਣੀ ਜ਼ਿੰਦਗੀ ਨੂੰ ਨਹੀਂ ਬਚਾਏਗਾ। ਜਿੱਥੋਂ ਤੱਕ ਹੋ ਸਕੇ ਝੂਠ ਤੋਂ ਦੂਰ ਰਹਿਣਾ ਹੈ। ਕਿਤੇ ਇਤਿਹਾਸ ਨੂੰ ਪੜ੍ਹੋ, ਜਦੋਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ, ਦਿੱਲੀ ਲਿਜਾਇਆ ਗਿਆ, ਦਿੱਲੀ ਦੇ ਵਿੱਚ ਰੋਜ਼ਾਨਾ ਹੀ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਰੋਜ਼ਾਨਾ ਡੇਲੀ। ਇਹ ਫਰਕਸ਼ੀਅਰ ਵੱਲੋਂ ਐਲਾਨ ਕਰ ਦਿੱਤਾ ਗਿਆ ਜਾਂ ਉਹਦਾ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਜਿੰਨੇ ਵੀ ਸਿੱਖ ਗ੍ਰਿਫਤਾਰ ਕਰਕੇ ਲਿਆਂਦੇ ਗਏ ਨੇ ਉਹਨਾਂ ਨੂੰ 100 ਦੇ ਜਥੇ ਦੇ ਵਿੱਚ ਕਹਿ ਲਈਏ ਰੋਜ਼ਾਨਾ ਹੀ ਸ਼ਹੀਦ ਕੀਤਾ ਜਾਵੇ। ਸ਼ਹੀਦ ਕੀਤਾ ਜਾਣ ਲੱਗਾ। ਉਹਨਾਂ ਸਿੱਖਾਂ ਦੇ ਵਿੱਚ ਕਹਿੰਦੇ ਇੱਕ ਨੌਜਵਾਨ ਸਿੱਖ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਸ ਨੌਜਵਾਨ ਸਿੱਖ ਦਾ ਅਜੇ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਨੌਜਵਾਨ ਦੀ ਮਾਤਾ ਅਤੇ ਉਹਦੀ ਪਤਨੀ ਦੋਨੋਂ ਹੀ ਫਰਕਸ਼ੀਅਰ ਦੇ ਦਰਬਾਰ ਦੇ ਵਿੱਚ ਪੇਸ਼ ਹੋਈਆਂ ਤੇ ਉਹਨਾਂ ਨੇ ਫਰਕਸ਼ੀਅਰ ਦੇ ਅੱਗੇ ਇਹ ਅਰਜ਼ ਕੀਤੀ, ਇਹ ਬੇਨਤੀ ਕੀਤੀ, ਕਹਿਣ ਲੱਗੇ, ਹੈ ਬਾਦਸ਼ਾਹ, ਮੇਰਾ ਬੱਚਾ ਸਿੱਖ ਨਹੀਂ, ਮੇਰਾ ਪੁੱਤਰ ਸਿੱਖ ਨਹੀਂ, ਤੇਰੇ ਸਿਪਾਹੀ ਜਿਹੜੇ ਨੇ ਉਹ ਗਲਤੀ ਦੇ ਨਾਲ, ਭੁਲੇਖੇ ਦੇ ਨਾਲ ਉਸ ਨੂੰ ਪਕੜ ਕੇ ਲੈ ਆਏ ਨੇ, ਗਲਤੀ ਦੇ ਨਾਲ, ਭੁਲੇਖੇ ਦੇ ਨਾਲ ਪਕੜ ਕੇ ਲੈ ਆਏ ਨੇ। ਤੂੰ ਕਿਰਪਾ ਕਰ ਮੇਰੇ ਬੱਚੇ ਨੂੰ ਛੱਡ ਦੇ, ਕਿਉਂਕਿ ਉਹ ਸਿੱਖ ਹੈ ਹੀ ਨਹੀਂ। ਤੇ ਫਰਕਸ਼ੀਅਰ ਅੱਗੋਂ ਕੀ ਕਹਿੰਦਾ ਹੈ, ਕਹਿਣ ਲੱਗਾ, ਕਹਿੰਦਾ ਮਾਤਾ, ਜੇਕਰ ਤੇਰਾ ਬੱਚਾ ਇਹ ਕਹਿ ਦੇ, ਤੇਰਾ ਪੁੱਤਰ ਇਹ ਕਹਿ ਦੇ ਕਿ ਮੈਂ ਸਿੱਖ ਨਹੀਂ, ਮੈਂ ਸਿੱਖ ਨਹੀਂ, ਉਹਦੀ ਜਾਨ ਬਖਸ਼ ਦਿੱਤੀ ਜਾਏਗੀ। ਤੇ ਕਹਿੰਦੇ ਨੇ ਫਰਕਸ਼ੀਅਰ ਦਾ ਫਰਮਾਨ ਲੈ ਕੇ ਉਹ ਮਾਤਾ ਜਿਹੜੀ ਹੈ ਉਹ ਜੱਲਾਦ ਦੇ ਕੋਲ ਆਈ ਜਿੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਤੇ ਕੁਦਰਤੀ ਉਸ ਬੱਚੇ ਦੀ, ਉਸ ਨੌਜਵਾਨ ਸਿੱਖ ਦੀ ਵਾਰੀ ਆਉਣ ਵਾਲੀ ਸੀ, ਟਰਨ ਉਹਦੀ ਆਉਣ ਵਾਲੀ ਸੀ। ਤੇ ਉਸੇ ਟਾਈਮ ਤੇ ਮਾਤਾ ਉੱਥੇ ਪਹੁੰਚਦੀ ਹੈ ਤੇ ਜਾ ਕੇ ਫਰਕਸ਼ੀਅਰ ਦਾ ਫਰਮਾਨ ਜਿਹੜੇ ਜੱਲਾਦ ਸ਼ਹੀਦ ਕਰਦੇ ਪਏ ਨੇ ਸਿੱਖਾਂ ਨੂੰ, ਉਹਨਾਂ ਨੂੰ ਸੁਣਾਉਂਦੀ ਹੈ। ਤੇ ਆਪਣੇ ਪੁੱਤਰ ਨੂੰ ਪਹਿਚਾਣ ਕੇ ਕਹਿੰਦੀ ਹੈ, ਪੁੱਤਰਾ, ਮੈਂ ਬਾਦਸ਼ਾਹ ਦੇ ਕੋਲੋਂ ਇਹ ਇਜਾਜ਼ਤ ਲੈ ਕੇ ਆਈ ਹਾਂ ਕਿ ਜੇਕਰ ਤੂੰ ਇਹ ਮੰਨ ਲਵੇਂ ਕਿ ਮੈਂ ਸਿੱਖ ਨਹੀਂ ਤੇ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਤੈਨੂੰ ਇਹ ਬਾਦਸ਼ਾਹ ਛੱਡ ਸਕਦਾ ਹੈ, ਤੇਰੀ ਜਾਨ ਬਚ ਜਾਏਗੀ, ਸਿਰਫ ਇੱਕ ਵਾਰ ਕਹਿ ਦੇ ਕਿ ਮੈਂ ਸਿੱਖ ਨਹੀਂ। ਤੇ ਕਹਿੰਦੇ ਨੇ ਜਦੋਂ ਉਸ ਬੱਚੇ ਨੇ ਸੁਣਿਆ ਤੇ ਉਹ ਜੱਲਾਦ ਵੱਲ ਮੂੰਹ ਕਰਕੇ ਕਹਿਣ ਲੱਗਾ ਮੈਨੂੰ ਜਲਦੀ ਸ਼ਹੀਦ ਕਰੋ, ਮੈਂ ਸਿੱਖ ਹਾਂ। ਮਾਂ ਕਹਿ ਰਹੀ ਹੈ ਕਿ ਤੂੰ ਕਹਿ ਦੇ ਕਿ ਤੂੰ ਸਿੱਖ ਨਹੀਂ, ਤੇਰੀ ਜਾਨ ਬਚ ਜਾਏਗੀ। ਪਰ ਉਹ ਪੁੱਤਰ ਕਹਿਣ ਲੱਗਾ, ਇਹ ਮੇਰੀ ਮਾਂ ਹੀ ਨਹੀਂ। ਉਹ ਪਤਨੀ ਕਹਿੰਦੀ ਹੈ, ਕਹਿੰਦੀ ਮੇਰੇ ਹੱਥਾਂ ਦੇ ਵਿੱਚ ਪਾਇਆ ਹੋਇਆ ਚੂੜਾ ਦੇਖ, ਮੈਂ ਤੇਰੀ ਪਤਨੀ ਹੈ, ਕਹਿ ਦੇ ਕਿ ਤੂੰ ਸਿੱਖ ਨਹੀਂ। ਕਹਿਣ ਲੱਗਾ, ਨਾ ਤਾਂ ਤੂੰ ਮੇਰੀ ਪਤਨੀ ਹੈ ਤੇ ਨਾ ਹੀ ਇਹ ਮੇਰੀ ਮਾਂ ਹੈ, ਮੈਂ ਗੁਰੂ ਦਾ ਸਿੱਖ ਹਾਂ ਤੇ ਮੈਨੂੰ ਜਲਦੀ ਸ਼ਹੀਦ ਕੀਤਾ ਜਾਵੇ। ਚਾਹੇ ਜਾਨ ਵੀ ਕਿਉਂ ਨਾ ਚਲੀ ਜਾਏ, ਗੁਰੂ ਦਾ ਸਿੱਖ ਕਦੇ ਵੀ ਝੂਠ ਦਾ ਸਹਾਰਾ ਨਹੀਂ ਜੇ ਲੈਂਦਾ। ਤੇ ਸਿਆਣੇ ਕਹਿੰਦੇ ਨੇ, ਕਹਿੰਦੇ ਕੋਈ ਐਸਾ ਟਾਈਮ ਸੀ ਜਦੋਂ ਅਦਾਲਤ ਦੇ ਵਿੱਚ, ਕੋਰਟ ਦੇ ਵਿੱਚ ਖੜਾ ਹੋ ਕੇ ਜਿੱਥੇ ਸਿੱਖ ਗਵਾਹੀ ਦੇ ਦਿੰਦਾ ਸੀ, ਉਸ ਅਦਾਲਤ ਦੇ ਵਿੱਚ ਸਿੱਖ ਦੀ ਗਵਾਹੀ ਦੇ ਉੱਤੇ ਹੀ ਕੇਸ ਦਾ ਫੈਸਲਾ ਕੀਤਾ ਜਾਂਦਾ ਸੀ। ਕਿਸੇ ਸਬੂਤ ਨੂੰ ਨਹੀਂ ਸੀ ਦੇਖਿਆ ਜਾਂਦਾ, ਕਿਸੇ ਹੋਰ ਗਵਾਹ ਨੂੰ ਨਹੀਂ ਸੀ ਸੁਣਿਆ ਜਾਂਦਾ। ਜਿੱਥੇ ਸਿੱਖ ਨੇ ਖੜੇ ਹੋ ਕੇ ਗਵਾਹੀ ਦੇ ਦਿੱਤੀ, ਉਸ ਦੀ ਗਵਾਹੀ ਨੂੰ ਪੂਰਨ ਸੱਚ ਮੰਨ ਕੇ ਕੇਸ ਦਾ ਫੈਸਲਾ ਸੁਣਾ ਦਿੱਤਾ ਜਾਂਦਾ ਸੀ। ਐਸਾ ਵਿਸ਼ਵਾਸ, ਐਸਾ ਜੀਵਨ ਸਿੱਖਾਂ ਦਾ ਸੀ ਕਿ ਇੱਕ ਅਦਾਲਤ ਵੀ ਸਿੱਖ ਦੀ ਗਵਾਹੀ ਦੇ ਉੱਤੇ ਫੈਸਲੇ ਸੁਣਾ ਸਕਦੀ ਸੀ। ਇਹਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਜੀਵਨ ਦੇ ਵਿੱਚ ਕੁਝ ਵੀ ਹੋ ਜਾਏ ਉਹ ਝੂਠ ਦਾ ਸਹਾਰਾ ਲੈਂਦਾ ਹੀ ਨਹੀਂ। ਦੁਨੀਆ ਦੇ ਵਿੱਚ ਇਹ ਫੇਮਸ ਸੀ ਕਿ ਸਿੱਖ ਮਰਨੋਂ ਮਰ ਜਾਏਗਾ ਪਰ ਝੂਠ ਕਦੇ ਨਹੀਂ ਬੋਲੇਗਾ। ਸਿੱਖ ਆਪਣੇ ਜੀਵਨ ਨੂੰ ਕੁਰਬਾਨ ਕਰ ਦੇਗਾ ਪਰ ਝੂਠੀ ਗਵਾਹੀ ਕਦੀ ਨਹੀਂ ਦੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਲਿਓ, ਜੋ ਮਰਜ਼ੀ ਜੀਵਨ ਦੇ ਵਿੱਚ ਹੋ ਜਾਏ ਪਰ ਯਾਦ ਰਹੇ ਝੂਠੀ ਗਵਾਹੀ ਕਦੇ ਵੀ ਦੇਣੀ ਨਹੀਂ, ਝੂਠ ਦਾ ਸਹਾਰਾ ਕਦੇ ਜੀਵਨ ਦੇ ਵਿੱਚ ਨਹੀਂ ਲੈਣਾ। ਤੇ ਸਤਿਗੁਰਾਂ ਦਾ ਅਗਲਾ ਬਚਨ 51 ਪਾਤਸ਼ਾਹ ਜੀ ਕਹਿੰਦੇ, ਦਰੋਗ
ਨਹੀਂ ਕਹਿਣਾ। ਦਰੋਗ ਦਾ ਮਤਲਬ ਵੀ ਸਾਧ ਸੰਗਤ ਝੂਠ ਹੀ ਹੈ। ਸਤਿਗੁਰੂ ਜੀ ਕਹਿੰਦੇ ਡੂ ਨਾਟ ਲਾਈ, ਝੂਠ ਨਹੀਂ ਬੋਲਣਾ ਜੀਵਨ ਦੇ ਵਿੱਚ ਕਦੇ ਵੀ, ਕਿਉਂਕਿ ਝੂਠੇ ਇਨਸਾਨ ਦਾ ਕਦੇ ਵੀ ਵਿਸ਼ਵਾਸ ਨਹੀਂ ਜੇ ਕੀਤਾ ਜਾ ਸਕਦਾ। ਹੁਣੇ ਆਪਾਂ ਉੱਪਰ ਬਚਨ ਪੜ੍ਹਿਆ ਨਾ ਕਿ ਸਿੱਖ ਦਾ ਇਤਬਾਰ ਕਰੇ। ਇਸ ਤੋਂ ਅਗਲਾ ਬਚਨ ਪੜ੍ਹਿਆ ਝੂਠੀ ਗਵਾਹੀ ਨਹੀਂ ਦੇਣੀ। ਤੇ ਇਹ ਜਿਹੜਾ ਬਚਨ ਹੈ ਦਰੋਗ ਨਹੀਂ ਕਹਿਣਾ, ਇਹ ਵੀ ਉਹਨਾਂ ਦੇ ਨਾਲ ਬਿਲਕੁਲ ਕਨੈਕਟਡ ਹੈ। ਵਿਸ਼ਵਾਸ ਤੇ ਗਵਾਹੀ ਇਹ ਐਸੇ ਦੋ ਲਫ਼ਜ਼ ਨੇ ਜਿਹੜੇ ਆਪਸ ਦੇ ਵਿੱਚ ਬੜੇ ਮਿਲੇ ਹੋਏ ਨੇ। ਜਿਸ ਦੇ ਉੱਤੇ ਵਿਸ਼ਵਾਸ ਹੀ ਨਹੀਂ, ਉਹਦੀ ਗਵਾਹੀ ਵੀ ਕਬੂਲ ਨਹੀਂ ਕੀਤੀ ਜਾ ਸਕਦੀ। ਜਿਸ ਦੇ ਬਾਰੇ ਇਹ ਪਤਾ ਹੈ ਕਿ ਇਹ ਬੰਦਾ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦਿੰਦਾ ਹੀ ਨਹੀਂ, ਜਿਹੜਾ ਪਤਾ ਹੈ ਕਿ ਇਹ ਸੱਚ ਬੋਲਦਾ ਹੀ ਨਹੀਂ ਹੈ, ਜਿਸ ਦੇ ਉੱਤੇ ਇਹ ਵਿਸ਼ਵਾਸ ਹੈ ਕਿ ਇਸ ਨੇ ਆਪਣੀ ਜ਼ੁਬਾਨ ਤੋਂ ਕਦੇ ਸੱਚ ਬੋਲਿਆ ਹੀ ਨਹੀਂ, ਉਹਦੀ ਗਵਾਹੀ ਵੀ ਅਦਾਲਤ ਦੇ ਵਿੱਚ ਪ੍ਰਵਾਨ ਨਹੀਂ ਕੀਤੀ ਜਾਂਦੀ, ਨਾ ਉਹਦੀ ਗਵਾਹੀ ਦਿੱਤੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਦਰੋਗ ਨਹੀਂ ਕਹਿਣਾ, ਝੂਠ ਨਹੀਂ ਕਹਿਣਾ, ਜੋ ਮਰਜ਼ੀ ਹੋ ਜਾਏ ਜੀਵਨ ਦੇ ਵਿੱਚ। ਪਰ ਅੱਜ ਦਾ ਸਮਾਂ ਆਪਾਂ ਜੇਕਰ ਵਾਚ ਲਈਏ ਤੇ ਜੀ ਬਹੁਤੇ ਲੋਕ ਐਸੇ ਕਹਿੰਦੇ ਸੁਣੇ ਨੇ ਕਿ ਕੀ ਕਰੀਏ, ਝੂਠ ਤੋਂ ਬਿਨਾਂ ਸਰਦਾ ਹੀ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਵੀ ਸਿੱਖ ਆਏ, ਕਹਿਣ ਲੱਗੇ ਸਤਿਗੁਰੂ ਜੀ ਹਾਂ ਤਾਂ ਪਿੰਡ ਦੇ ਚੌਧਰੀ ਆਪਾਂ ਕਹਿ ਲਈਏ ਜੀ, ਪਿੰਡ ਦਾ ਲੀਡਰ ਕਹਿ ਲਈਏ, ਕਹਿੰਦੇ ਅਸੀਂ ਦੋਨੋਂ ਹੀ ਪਿੰਡ ਦੇ ਚੌਧਰੀਆਂ ਲੀਡਰਾਂ, ਪਰ ਪਾਤਸ਼ਾਹ ਜੀ ਚਾਹੁੰਦੇ ਆ ਕਿ ਸਾਡੇ ਜੀਵਨ ਦਾ ਉਧਾਰ ਹੋ ਜਾਏ, ਅਸੀਂ ਚਾਹੁੰਦੇ ਆ ਕਿ ਸਾਡਾ ਜੀਵਨ ਸਫਲ ਹੋ ਜਾਏ, ਤੇ ਰਹਿਮਤ ਕਰਕੇ ਕਿਰਪਾ ਕਰਕੇ ਦੱਸੋ ਕਿ ਜੀਵਨ ਸਫਲ ਹੋ ਕਿਵੇਂ ਸਕਦਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਤੁਸੀਂ ਪਿੰਡ ਦੇ ਚੌਧਰੀ ਹੋ, ਕੰਮ ਕੀ ਹੈ? ਕਹਿੰਦੇ ਜੀ ਚੌਧਰ ਪੁਣਾਈ ਬਸ ਲੀਡਰੀ ਕਰਦੇ ਆ, ਤੇ ਇਹਦੇ ਨਾਲ ਨਾਲ ਹੁੰਦਾ ਕੀ ਹੈ ਕਿ ਕੰਮ ਸਾਡਾ ਐਸਾ ਹੈ ਕਿ ਝੂਠ ਬੋਲਿਆ ਜਾਂਦਾ ਹੈ। ਝੂਠ ਬੋਲਣਾ ਸਾਡੀ ਫਿਤਰਤ ਦੇ ਵਿੱਚ ਆ ਚੁੱਕਾ ਹੈ, ਝੂਠ ਤੋਂ ਬਿਨਾਂ ਸਾਡਾ ਕੰਮ ਹੀ ਕੋਈ ਨਹੀਂ ਚੱਲਦਾ। ਤੇ ਵਾਕਿਆ ਹੀ ਲੀਡਰ ਹੋਵੇ ਤੇ ਝੂਠ ਨਾ ਬੋਲੇ ਹੋ ਨਹੀਂ ਸਕਦਾ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਲਿਓ ਜੇ ਜੀਵਨ ਦਾ ਉਧਾਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਝੂਠ ਤੋਂ ਬਚਣਾ ਪਵੇਗਾ, ਇਸ ਝੂਠ ਦੀ ਆਦਤ ਨੂੰ ਛੱਡਣਾ ਪਏਗਾ, ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਪਏਗਾ। ਤੇ ਸਤਿਗੁਰਾਂ ਨੂੰ ਕਿਹਾ, ਕਹਿਣ ਲੱਗੇ ਜੀ ਪਾਤਸ਼ਾਹ ਜੀ ਬਹੁਤ ਔਖਾ ਕੰਮ ਹੈ। ਸਤਿਗੁਰੂ ਜੀ ਕਹਿੰਦੇ ਚਾਹੇ ਔਖਾ ਚਾਹੇ ਸੌਖਾ, ਇਸ ਝੂਠ ਨੂੰ ਛੱਡਣਾ ਹੈ। ਤੇ ਕਰਨਾ ਕੀ ਹੈ? ਕਹਿਣ ਲੱਗੇ ਜੀ ਪਿੰਡ ਦੇ ਵਿੱਚ ਜਾ ਕੇ ਇੱਕ ਧਰਮਸ਼ਾਲ ਬਣਾਓ, ਧਰਮਸ਼ਾਲ ਦੇ ਵਿੱਚ ਇੱਕ ਪੇਪਰ ਲਗਾ ਲਓ, ਉਸ ਪੇਪਰ ਦੇ ਉੱਤੇ ਤੁਸੀਂ ਰੋਜ਼ਾਨਾ ਹੀ ਜਿੰਨਾ ਵੀ ਝੂਠ ਬੋਲਿਆ ਉਸ ਪੇਪਰ ਦੇ ਉੱਤੇ ਆਣ ਕੇ ਲਿਖ ਦੇਣਾ ਹੈ ਸੰਗਤ ਦੇ ਸਾਹਮਣੇ। ਗਏ, ਜਾ ਕੇ ਸਤਿਗੁਰਾਂ ਦੇ ਬਚਨਾਂ ਦੇ ਮੁਤਾਬਕ ਪੇਪਰ ਲਗਾਇਆ, ਪੇਪਰ ਦੇ ਉੱਤੇ ਜੋ ਵੀ ਦਿਨ ਦੇ ਵਿੱਚ ਝੂਠ ਬੋਲਿਆ ਉਹ ਨੋਟ ਕਰਨਾ ਸ਼ੁਰੂ ਕੀਤਾ। ਅੱਜ ਕੁਝ ਵੱਧ ਬੋਲਿਆ, ਕੱਲ ਘਟਣਾ ਸ਼ੁਰੂ ਹੋਇਆ, ਪਰਸੋਂ ਹੋਰ ਘਟ ਗਿਆ। ਐਸਾ ਇੱਕ ਸਮਾਂ ਜੀਵਨ ਦੇ ਵਿੱਚ ਆ ਗਿਆ ਜਦੋਂ ਉਹਨਾਂ ਦੋਨਾਂ ਦੀ ਝੂਠ ਬੋਲਣ ਦੀ ਆਦਤ ਜਿਹੜੀ ਸੀ ਉਹ ਚਲੀ ਗਈ। ਹੁਣ ਕੇਵਲ ਉਹ ਸੱਚ ਦੇ ਪਾਂਧੀ ਬਣ ਚੁੱਕੇ ਨੇ, ਕੇਵਲ ਸੱਚ ਹੈ ਜੀਵਨ ਦੇ ਵਿੱਚ। ਤੇ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਪੇਪਰ ਲਿਆ ਕੇ ਰੱਖਿਆ, ਸਤਿਗੁਰਾਂ ਦੇ ਅੱਗੇ ਉਹ ਭੇਟ ਕੀਤਾ, ਤੇ ਸਤਿਗੁਰੂ ਜੀ ਦੇਖ ਕੇ ਖੁਸ਼ ਵੀ ਹੋਏ ਤੇ ਬਖਸ਼ਿਸ਼ਾਂ ਦੇ ਨਾਲ ਵੀ ਨਿਵਾਜਿਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਰੋਗ ਨਹੀਂ ਕਹਿਣਾ, ਝੂਠ ਨਹੀਂ ਬੋਲਣਾ, ਝੂਠ ਦਾ ਸਾਥ ਕਦੇ ਨਹੀਂ ਦੇਣਾ। ਝੂਠ ਨਾ ਤਾਂ ਬੋਲਣਾ ਹੈ ਤੇ ਨਾ ਹੀ ਝੂਠ ਬੋਲਣ ਵਾਲੇ ਦੇ ਉੱਤੇ ਕਦੇ ਵਿਸ਼ਵਾਸ ਕਰਨਾ ਹੈ। ਕਿਉਂਕਿ ਸਿਆਣੇ ਕਹਿੰਦੇ ਨੇ ਮੋਟੇ ਤੌਰ ਤੇ ਕਹਿੰਦੇ 3 ਲੋਕਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। 3 ਐਸੇ ਲੋਕ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਕੌਣ ਹੈ ਜੀ? ਬਾਣੀ ਦੇ ਵਿੱਚੋਂ ਆਪਾਂ ਪੜ੍ਹੀਏ, ਸਤਿਗੁਰੂ ਜੀ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ। ਜਿਹੜਾ ਲਾਲਚੀ ਬੰਦਾ ਹੈ, ਲਾਲਚੀ ਬੰਦੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਜੇ ਕੀਤਾ ਜਾ ਸਕਦਾ, ਕਿਉਂਕਿ ਲਾਲਚੀ ਆਪਣੇ ਲਾਲਚ ਦੀ ਪੂਰਤੀ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅੱਜ ਤੁਹਾਡੇ ਉੱਤੇ ਜਾਂ ਤੁਸੀਂ ਉਹਦੇ ਉੱਤੇ ਵਿਸ਼ਵਾਸ ਕੀਤਾ ਹੈ, ਉਹਦੀਆਂ ਗੱਲਾਂ ਨੂੰ ਸੁਣ ਕੇ ਜਾਂ ਉਹਦੇ ਐਕਸ਼ਨਸ ਨੂੰ ਦੇਖ ਕੇ ਤੁਸੀਂ ਉਹਦੇ ਉੱਤੇ ਵਿਸ਼ਵਾਸ ਤਾਂ ਕਰ ਲਿਆ, ਪਰ ਸਤਿਗੁਰੂ ਜੀ ਕਹਿੰਦੇ ਉਹ ਲਾਲਚੀ ਬੰਦਾ ਕਿਸੇ ਵੀ ਸਮੇਂ ਤੇ ਤੁਹਾਨੂੰ ਧੋਖਾ ਦੇ ਸਕਦਾ ਹੈ। ਜਦੋਂ ਉਹਦਾ ਲਾਲਚ ਸਾਹਮਣੇ ਆਇਆ, ਲਾਲਚ ਦੀ ਪੂਰਤੀ ਹੋਈ, ਤੁਹਾਡੇ ਵਿਸ਼ਵਾਸ ਨੂੰ ਇੱਕ ਪਲ ਦੇ ਵਿੱਚ ਉਹ ਤੋੜ ਸਕਦਾ। ਇਸ ਕਰਕੇ ਲਾਲਚੀ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇ ਦੂਸਰਾ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਿਆਮਲੰ ਮਧੁਰ ਮਨੁੱਖਿਅੰ ਰਿਦਿਅੰ ਭੂਮ ਵੈਰਣੈ।
ਜਿਹੜਾ ਇਨਸਾਨ ਆਪਣੀ ਜ਼ੁਬਾਨ ਤੋਂ ਬੜੇ ਮਿੱਠੇ ਲਫ਼ਜ਼ ਬੋਲਦਾ ਪਿਆ ਏ, ਬੜਾ ਮਿੱਠਾ ਬੋਲਦਾ ਪਿਆ ਏ, ਤੁਹਾਡੇ ਅੱਗੇ ਝੁਕਦਾ ਪਿਆ ਏ ਨਾ, ਸਤਿਗੁਰੂ ਜੀ ਕਹਿੰਦੇ ਵਿਸ਼ਵਾਸ ਉਹਦੇ ਉੱਤੇ ਵੀ ਨਹੀਂ ਜੇ ਕੀਤਾ ਜਾ ਸਕਦਾ। ਕਿਉਂਕਿ ਜ਼ਰੂਰੀ ਨਹੀਂ ਕਿ ਜੇਕਰ ਉਹ ਤੁਹਾਡੇ ਵਾਸਤੇ ਜ਼ੁਬਾਨ ਤੋਂ ਬੜੇ ਮਿੱਠੇ ਬੋਲ ਬੋਲਦਾ ਪਿਆ ਏ, ਤੁਹਾਡੇ ਅੱਗੇ ਝੁਕਦਾ ਪਿਆ ਏ, ਤੇ ਉਹ ਤੁਹਾਡੇ ਪ੍ਰਤੀ ਆਪਣੇ ਮਨ ਦੇ ਵਿੱਚ ਸੱਚੀ ਸ਼ਰਧਾ ਜਾਂ ਰਿਸਪੈਕਟ ਲੈ ਕੇ ਵੀ ਬੈਠਾ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਮੂੰਹ ਤੋਂ ਮਿੱਠਾ ਬੋਲਣਾ ਤੇ ਤੁਹਾਡੇ ਕਦਮਾਂ ਦੇ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਝੁਕਣਾ, ਸਤਿਗੁਰੂ ਜੀ ਕਹਿੰਦੇ ਇਹਦੇ ਪਿੱਛੇ ਉਹਦਾ ਕੋਈ ਮਤਲਬ ਹੋ ਸਕਦਾ ਹੈ। ਜਦੋਂ ਉਹਦਾ ਮਤਲਬ ਪੂਰਾ ਹੋਇਆ, ਉਹ ਤੁਹਾਡੇ ਨਾਲ ਵੀ ਧੋਖਾ ਕਰ ਸਕਦਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਸਿਆਮਲੰ ਮਧੁਰ ਮਨੁੱਖਿਅੰ। ਸਿਆਮਲੰਗ ਦਾ ਮਤਲਬ ਹੈ ਜੀ ਜਿਹੜਾ ਬੜਾ ਖੂਬਸੂਰਤ ਨਜ਼ਰ ਆਉਂਦਾ ਹੋਵੇ। ਮਧੁਰ ਮਨੁੱਖਿਅੰਗ ਦਾ ਮਤਲਬ ਹੈ ਮੁਖ ਤੋਂ ਮਿੱਠਾ ਬੋਲਣ ਵਾਲਾ। ਰਿੱਧਿਅੰਗ ਭੂਮ ਵੈਰ ਨੇ, ਸਤਿਗੁਰੂ ਜੀ ਕਹਿੰਦੇ ਹੋ ਸਕਦਾ ਹੈ ਕਿ ਉਹਦੇ ਅੰਦਰ ਤੁਹਾਡੇ ਪ੍ਰਤੀ ਵੈਰ ਹੋਵੇ, ਵੈਰ ਭਾਵਨਾ ਹੋਵੇ, ਉਹ ਦੁਸ਼ਮਣੀ ਤੁਹਾਡੇ ਅੱਗੇ ਅੰਦਰ ਤੁਹਾਡੇ ਪ੍ਰਤੀ ਪਾਲ ਕੇ ਬੈਠਾ ਹੋਵੇ, ਪਰ ਮਤਲਬ ਦੀ ਪੂਰਨਤਾ ਵਾਸਤੇ, ਆਪਣਾ ਮਤਲਬ ਪੂਰਾ ਕਰਨ ਵਾਸਤੇ ਉਹ ਤੁਹਾਡੇ ਲਈ ਲਫ਼ਜ਼ ਮਿੱਠੇ ਬੋਲਦਾ ਪਿਆ, ਤੁਹਾਡੇ ਅੱਗੇ ਝੁਕਦਾ ਪਿਆ। ਜਿਵੇਂ ਇੱਕ ਹੋਰ ਐਗਜ਼ਾਮਪਲ ਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਿੰਦੇ ਨੇ, ਕਹਿੰਦੇ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾ, ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁਸੁਦੈ ਜਾਹੇ। ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਸ਼ਿਕਾਰੀ ਹੈ ਉਹ ਸ਼ਿਕਾਰ ਕਰਨ ਦੇ ਲਈ ਬੜਾ ਝੁਕਦਾ ਹੈ, ਤੇ ਉਹਦਾ ਝੁਕਣਾ ਐਸਾ ਨਹੀਂ ਕਿ ਉਹ ਸ਼ਿਕਾਰ ਦੀ ਰਿਸਪੈਕਟ ਕਰਦਾ ਪਿਆ ਹੈ, ਉਹ ਸਿਰਫ ਸ਼ਿਕਾਰ ਕਰਨ ਵਾਸਤੇ ਝੁਕ ਰਿਹਾ ਹੈ। ਤੇ ਜੇਕਰ ਕੋਈ ਇਨਸਾਨ ਤੁਹਾਡੇ ਲਈ ਮਿੱਠੇ ਬੋਲ ਬੋਲਦਾ ਪਿਆ ਹੈ, ਤੁਹਾਡੇ ਅੱਗੇ ਝੁਕਦਾ ਪਿਆ ਹੈ, ਤੇ ਸਤਿਗੁਰੂ ਜੀ ਕਹਿੰਦੇ ਸਮਝ ਲਓ ਕਿ ਉਹ ਤੁਹਾਡਾ ਸ਼ਿਕਾਰ ਕਰਨਾ ਚਾਹੁੰਦਾ ਹੈ। ਮਤਲਬ ਕਿ ਉਸ ਇਨਸਾਨ ਨੂੰ ਤੁਹਾਡੇ ਨਾਲ ਕੋਈ ਮਤਲਬ ਹੈ। ਜਦੋਂ ਉਹਦਾ ਮਤਲਬ ਪੂਰਾ ਹੋਇਆ, ਉਹ ਤੁਹਾਨੂੰ ਧੋਖਾ ਦੇ ਕੇ ਤੁਹਾਡਾ ਨੁਕਸਾਨ ਕਰਕੇ ਚਲਾ ਜਾਏਗਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਸਤਿਗੁਰੂ ਜੀ ਕਹਿੰਦੇ ਜਿਹੜਾ ਲਾਲਚੀ ਹੈ ਉਹਦਾ ਵਿਸ਼ਵਾਸ ਨਹੀਂ ਕਰਨਾ, ਮਿੱਠਾ ਬੋਲਣ ਵਾਲਾ ਤੇ ਜਿਹੜਾ ਬਹੁਤ ਜ਼ਿਆਦਾ ਝੁਕਦਾ ਪਿਆ ਏ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਦਰੋਗ ਝੂਠ ਬੋਲਦਾ ਹੈ, ਉਸ ਝੂਠ ਬੋਲਣ ਵਾਲੇ ਉੱਤੇ ਵੀ ਵਿਸ਼ਵਾਸ ਨਹੀਂ ਕਰਨਾ। ਕਿਉਂਕਿ ਉਹ ਬੰਦਾ ਜਿਹੜਾ ਹੈ ਨਾ, ਉਹ ਅੱਜ ਚਾਹੇ ਤੁਹਾਨੂੰ ਇਹ ਕਿਸੇ ਵੀ ਤਰੀਕੇ ਦੇ ਨਾਲ ਵਿਸ਼ਵਾਸ ਦਿਵਾਵੇ ਕਿ ਮੈਂ ਤੁਹਾਡੇ ਨਾਲ ਮਾੜਾ ਨਹੀਂ ਕਰਾਂਗਾ। ਜਿਵੇਂ ਇਤਿਹਾਸ ਦੇ ਵਿੱਚ ਆਪਾਂ ਵਾਚ ਲਈਏ, ਔਰੰਗਜ਼ੇਬ ਨੇ ਕਸਮਾਂ ਖਾ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸਿੱਖਾਂ ਦੇ ਕਹਿਣ ਦੇ ਉੱਤੇ ਸਤਿਗੁਰਾਂ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ, ਤੇ ਉਹ ਔਰੰਗਜ਼ੇਬ ਦੀ ਫੌਜ ਜਿਹੜੀ ਹੈ ਉਹ ਖਾਧੀਆਂ ਹੋਈਆਂ ਕਸਮਾਂ ਨੂੰ ਸਿੱਕੇ ਤੇ ਟੰਗ ਕੇ, ਉਹਨਾਂ ਕਸਮਾਂ ਨੂੰ ਤੋੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲਾ ਕਰਦੀ ਹੈ। ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਝੂਠ ਬੋਲਦਾ ਹੈ ਨਾ, ਝੂਠ ਬੋਲਣ ਵਾਲੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਉਹ ਵੀ ਤੁਹਾਡਾ ਨੁਕਸਾਨ ਕਰ ਸਕਦਾ ਹੈ, ਉਹ ਤੁਹਾਡੇ ਜੀਵਨ ਵਾਸਤੇ ਬੜਾ ਖਤਰਨਾਕ ਸਾਬਤ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਦਰੋਗ ਨਹੀਂ ਕਹਿਣਾ, ਝੂਠ ਨਹੀਂ ਜੀਵਨ ਦੇ ਵਿੱਚ ਬੋਲਣਾ। ਕਈ ਵਾਰ ਐਸਾ ਹੁੰਦਾ ਹੈ ਜੀ, ਅਸੀਂ ਝੂਠ ਨੂੰ ਬੜਾ ਪੋਲਿਸ਼ ਕਰਕੇ ਸਮਾਜ ਦੇ ਵਿੱਚ ਪੇਸ਼ ਕਰਦੇ ਹਾਂ, ਪਰ ਯਾਦ ਰਹੇ ਸਿਆਣੇ ਕਹਿੰਦੇ ਨੇ, ਕਹਿੰਦੇ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਜ਼ਰੂਰੀ ਨਹੀਂ ਹੈ ਕਿ ਜਿਹੜਾ ਇਨਸਾਨ ਤੁਹਾਡੇ ਨਾਲ ਬੜਾ ਮਿੱਠਾ ਬੋਲਦਾ ਪਿਆ ਹੈ ਜਾਂ ਐਸੀਆਂ ਗੱਲਾਂ ਕਰਦਾ ਪਿਆ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਇਵੇਂ ਲੱਗਦਾ ਪਿਆ ਕਿ ਜਿਸ ਤਰ੍ਹਾਂ ਜੀ ਇਹ ਬਹੁਤ ਬਿਲਕੁਲ ਸੱਚ ਹੀ ਬੋਲਦਾ ਪਿਆ ਹੈ, ਸਤਿਗੁਰੂ ਜੀ ਕਹਿੰਦੇ ਕਿਤੇ ਭੁਲੇਖੇ ਦੇ ਨਾਲ ਵੀ ਉਹਦੀਆਂ ਚਮਕਦਾਰ ਜਾਂ ਮਿੱਠੀਆਂ ਗੱਲਾਂ ਦੇ ਵਿੱਚ ਆਣ ਕੇ ਵਿਸ਼ਵਾਸ ਨਹੀਂ ਕਰ ਬਹਿਣਾ, ਕਿਉਂਕਿ ਉਹ ਤੁਹਾਡੇ ਨਾਲ ਧੋਖਾ ਕਿਸੇ ਵੀ ਪਲ ਦੇ ਵਿੱਚ ਕਰ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਦਰੋਗ ਨਹੀਂ ਕਹਿਣਾ, ਝੂਠ ਤੋਂ ਬਚ ਕੇ ਰਹਿਣਾ ਹੈ, ਕਿਉਂਕਿ ਜਿਹੜਾ ਝੂਠਾ ਇਨਸਾਨ ਹੈ ਉਹ ਨਾ ਇਸ ਸੰਸਾਰ ਜੋਗਾ ਹੈ ਤੇ ਨਾ ਹੀ ਨਿਰੰਕਾਰ ਜੋਗਾ, ਉਹਦਾ ਐਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਤੇ 52 ਜਿਹੜਾ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਾਸਟ ਬਚਨ ਹੈ, ਜਿਹੜਾ ਸਤਿਗੁਰੂ ਜੀ ਕਹਿੰਦੇ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ, ਬੜਾ ਕੀਮਤੀ ਬਚਨ ਹੈ ਜੀ ਸਤਿਗੁਰਾਂ ਦਾ। ਇਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਦੇ ਵਿੱਚ ਇਹ ਲੰਗਰ ਦੀ ਦਾਤ ਪਾਈ ਹੈ, ਤੇ ਜਦੋਂ ਲੰਗਰ ਦੀ ਦਾਤ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੀ ਝੋਲੀ ਦੇ ਵਿੱਚ ਪਾਉਂਦੇ ਨੇ, ਤੇ ਬਾਕੀ ਦੇ ਗੁਰੂ ਸਾਹਿਬਾਨ ਜਿਹੜੇ ਨੇ, ਗੁਰੂ ਅੰਗਦ ਸਾਹਿਬ ਜਾਂ ਗੁਰੂ ਅਮਰਦਾਸ ਜਾਂ ਬਾਕੀ ਗੁਰੂ ਸਾਹਿਬਾਨ ਜਿਹੜੇ ਨੇ, ਇਸ ਲੰਗਰ ਦੀ ਦਾਤ ਨੂੰ ਜਾਂ ਲੰਗਰ ਦੀ ਜਿਹੜਾ ਸਿਧਾਂਤ
ਜਿਹੜੀ ਪ੍ਰਥਾ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਈ ਉਹਨੂੰ ਪਰਪੱਕ ਕਰਦੇ ਨੇ। ਲੰਗਰ ਇੱਕ ਐਸੀ ਵਿਵਸਥਾ ਜਾਂ ਇੱਕ ਐਸਾ ਸਿਧਾਂਤ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ ਜਿਹਦੇ ਅਕੋਰਡਿੰਗਲੀ ਸਿੱਖ ਦੇ ਜੀਵਨ ਦੇ ਵਿੱਚ ਕਦੇ ਇਹ ਭਾਵਨਾ ਪੈਦਾ ਨਹੀਂ ਹੋ ਸਕਦੀ ਕਿ ਮੈਂ ਉੱਚਾ ਜਾਂ ਬਾਕੀ ਨੀਵੇਂ ਨੇ, ਕਿਉਂਕਿ ਲੰਗਰ ਸੰਗਤ ਤੇ ਪੰਗਤ ਦਾ ਐਸਾ ਕਨਸੈਪਟ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਜਿਹੜਾ ਜਾਤ ਪਾਤ ਦੇ ਉੱਤੇ ਬੜੀ ਕਰਾਰੀ ਚੋਟ ਮਾਰਦਾ ਹੈ, ਜਿਹੜਾ ਜਾਤ ਪਾਤ ਨੂੰ ਕੰਡੈਮ ਕਰਦਾ ਹੈ। ਇੱਕ ਪੰਗਤ ਦੇ ਵਿੱਚ ਅਮੀਰ ਆਦਮੀ ਵੀ ਬੈਠ ਸਕਦਾ ਹੈ ਤੇ ਗਰੀਬ ਵੀ ਬੈਠ ਸਕਦਾ ਹੈ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਬਚਨ ਕਿਹਾ ਸੀ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਨੂੰ ਆਵੇ ਪਹਿਲਾਂ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੇ ਫਿਰ ਉਹਨੂੰ ਦਰਸ਼ਨ ਹੋਣਗੇ। ਇਹਦਾ ਮਤਲਬ ਜਾਤ ਪਾਤ ਨੂੰ ਖਤਮ ਕਰਨਾ ਸੀ। ਇਹ ਦਾਤ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਈ ਤੇ ਇਸ ਦਾਤ ਨੂੰ ਸੰਭਾਲ ਕੇ ਸਿੱਖਾਂ ਨੇ ਅੱਜ ਤੱਕ ਰੱਖਿਆ ਹੋਇਆ ਹੈ। ਕਿਤੇ ਵੀ ਲੋੜ ਪਵੇ, ਜਿਵੇਂ ਅੱਜ ਦੇ ਸਮੇਂ ਦੀ ਗੱਲ ਕਰ ਲਈਏ, ਕਰੋਨਾ ਵਾਇਰਸ ਦਾ ਕਹਿਰ ਸਾਰੇ ਸੰਸਾਰ ਦੇ ਉੱਤੇ ਵਰਸ ਰਿਹਾ ਹੈ ਤੇ ਇਸ ਮੁਸ਼ਕਲ ਭਰੇ ਸਮੇਂ ਦੇ ਵਿੱਚ ਵੀ ਸਿੱਖ ਜਿਹੜਾ ਹੈ ਉਹ ਲੋੜਵੰਦਾਂ ਦੀ ਮਦਦ ਵਾਸਤੇ ਅੱਗੇ ਆਇਆ ਹੋਇਆ ਹੈ। ਹਰ ਇੱਕ ਦੇਸ਼ ਦੇ ਵਿੱਚ ਮੋਸਟਲੀ ਸਿੱਖ ਜਿਹੜਾ ਹੈ ਉਹ ਲੋੜਵੰਦ ਤੱਕ ਉਹਦੀ ਲੋੜ ਦੇ ਅਕੋਰਡਿੰਗਲੀ ਜਿਹੜੀ ਉਹਨੂੰ ਚੀਜ਼ ਚਾਹੀਦੀ ਹੈ ਉਹ ਪਹੁੰਚਾ ਰਿਹਾ ਹੈ। ਜਿਹੜਾ ਗਰੀਬ ਹੈ, ਜਿਸ ਨੂੰ ਰਾਸ਼ਨ ਦੀ ਜ਼ਰੂਰਤ ਹੈ, ਉਸ ਨੂੰ ਰਾਸ਼ਨ ਪਹੁੰਚ ਰਿਹਾ ਹੈ। ਜਿਸ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ, ਨੂੰ ਉਹ ਵੀ ਪਹੁੰਚ ਰਿਹਾ ਹੈ। ਇਹ ਗੁਰੂ ਨਾਨਕ ਦੀ ਦਿੱਤੀ ਹੋਈ ਦਾਤ ਹੀ ਹੈ ਜਿਹਦੇ ਅਕੋਰਡਿੰਗਲੀ ਸਿੱਖ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਅੱਜ ਮੈਦਾਨ ਦੇ ਵਿੱਚ, ਫੀਲਡ ਦੇ ਵਿੱਚ ਆਣ ਕੇ ਗੁਰੂ ਨਾਨਕ ਦੇ ਲੰਗਰ ਨੂੰ ਹੋਰ ਅਗਾਂਹ ਵਧਾਉਂਦਾ ਪਿਆ। ਜਿੱਥੇ ਇਹ ਇੱਕ ਬੜਾ ਵੱਡਾ ਗੁਣ ਸਾਡੇ ਜੀਵਨ ਦੇ ਵਿੱਚ ਆਇਆ ਕਿ ਅਸੀਂ ਹਰ ਇੱਕ ਇਨਸਾਨ ਦੀ ਮਦਦ ਕਰਨ ਵਾਸਤੇ ਅੱਗੇ ਆਉਂਦੇ ਹਾਂ, ਉੱਥੇ ਇਸ ਲੰਗਰ ਦੇ ਸੰਬੰਧ ਵਿੱਚ ਇੱਕ ਦੋ ਕੁਝ ਕੁ ਕਮੀਆਂ ਵੀ ਸਾਡੇ ਜੀਵਨ ਦੇ ਵਿੱਚ ਆਈਆਂ ਨੇ। ਉਹ ਕਮੀਆਂ ਦਾ ਜ਼ਿਕਰ ਕਰੀਏ ਤੇ ਇਹ ਸਾਹਮਣੇ ਆਉਂਦਾ ਹੈ ਕਿ ਜਿਹੜਾ ਲੰਗਰ ਗੁਰੂ ਸਾਹਿਬ ਨੇ ਸਟਾਰਟ ਕੀਤਾ ਸੀ ਸਾਰਿਆਂ ਵਾਸਤੇ ਇੱਕ ਬਰਾਬਰ, ਸਾਰਿਆਂ ਵਾਸਤੇ ਇੱਕ ਬਰਾਬਰ, ਚਾਹੇ ਕੋਈ ਅਮੀਰ ਹੋਵੇ ਚਾਹੇ ਗਰੀਬ ਹੋਵੇ, ਉਸ ਨੂੰ ਗੁਰੂ ਘਰ ਦੇ ਵਿੱਚੋਂ ਇੱਕ ਬਰਾਬਰ ਹੀ ਲੰਗਰ ਮਿਲੇਗਾ। ਜੋ ਲੰਗਰ ਦੇ ਵਿੱਚ ਬਣਿਆ ਹੈ ਉਹੀ ਲੰਗਰ ਜਿਹੜਾ ਹੈ ਹਰ ਇੱਕ ਵਾਸਤੇ ਹੋਏਗਾ, ਹਰ ਇੱਕ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ। ਚਾਹੇ ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹ ਕੇ ਦੇਖ ਲਓ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਅਮਰਦਾਸ ਜੀ ਦਾ ਜਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹੋ, ਜੋ ਲੰਗਰ ਦੇ ਵਿੱਚ ਬਣਦਾ ਸੀ ਗੁਰੂ ਸਾਹਿਬ ਉਹੀ ਪੰਗਤ ਦੇ ਵਿੱਚ ਬੈਠ ਕੇ ਛਕਦੇ ਰਹੇ। ਜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਅਕਬਰ ਬਾਦਸ਼ਾਹ ਵੀ ਆਉਂਦਾ ਹੈ, ਹਿੰਦੁਸਤਾਨ ਦਾ ਬਾਦਸ਼ਾਹ ਆਉਂਦਾ ਹੈ, ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਤੇ ਐਸਾ ਨਹੀਂ ਕਿ ਉਸ ਬਾਦਸ਼ਾਹ ਵਾਸਤੇ ਸਿੱਖ ਕੁਝ ਵੱਖਰਾ ਭੋਜਨ ਤਿਆਰ ਕਰਦੇ ਨੇ, ਪਦਾਰਥ ਤਿਆਰ ਕਰਦੇ ਨੇ ਤੇ ਉਹਨੂੰ ਵੱਖਰੀ ਜਗ੍ਹਾ ਤੇ ਬਿਠਾ ਕੇ ਛਕਾਉਂਦੇ ਨੇ। ਨਹੀਂ, ਉਸ ਬਾਦਸ਼ਾਹ ਨੂੰ ਵੀ ਉਹੀ ਪ੍ਰਸ਼ਾਦਾ ਛਕਾਇਆ ਜਾਂਦਾ ਹੈ ਜਿਹੜਾ ਉਸ ਟਾਈਮ ਤੇ ਗੁਰੂ ਕੇ ਲੰਗਰ ਦੇ ਵਿੱਚ ਬਣਿਆ ਸੀ। ਯਾਦ ਰਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ, ਮਤਲਬ ਜੋ ਲੰਗਰ ਦੇ ਵਿੱਚ ਬਣਿਆ ਹੈ ਉਸ ਨੂੰ ਇਕੁਅਲ ਵਰਤਾਉਣਾ ਹੈ, ਬਰਾਬਰ। ਦੋ ਗੱਲਾਂ ਦਾ ਧਿਆਨ ਰੱਖਣਾ ਹੈ, ਜੋ ਬਣਿਆ ਹੈ ਉਹ ਹੀ ਵਰਤਾਇਆ ਜਾਏਗਾ ਤੇ ਵਰਤਾਇਆ ਵੀ ਸਾਰਿਆਂ ਨੂੰ ਬਰਾਬਰ ਹੀ ਜਾਏਗਾ। ਇਹ ਨਹੀਂ ਕਿ ਜਿਹੜਾ ਮੇਰਾ ਕੋਈ ਜਾਣਕਾਰ ਹੈ, ਜਿਹਦੇ ਨਾਲ ਮੇਰੀ ਮਿੱਤਰਤਾ ਹੈ, ਉਹਨੂੰ ਮੈਂ ਵੱਧ ਦੇ ਦੇਵਾਂ, ਜਿਹਨੂੰ ਮੈਂ ਜਾਣਦਾ ਨਹੀਂ ਉਹਨੂੰ ਮੈਂ ਘੱਟ ਦੇਵਾਂ। ਸਤਿਗੁਰੂ ਜੀ ਕਹਿੰਦੇ ਐਸਾ ਵਿਤਕਰਾ ਲੰਗਰ ਦੇ ਵਿੱਚ, ਗੁਰੂ ਕੇ ਲੰਗਰ ਦੇ ਵਿੱਚ ਕਦੇ ਵਾਸਤੇ ਨਹੀਂ ਕਰਨਾ। ਜਿੱਥੇ ਵਿਤਕਰਾ ਨਹੀਂ ਕਰਨਾ ਉੱਥੇ ਨਾਲ ਦੀ ਨਾਲ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਜੋ ਲੰਗਰ ਦੇ ਵਿੱਚ ਬਣਿਆ ਹੈ ਉਹੀ ਛਕਿਆ ਜਾਏ। ਖਿਮਾ ਕਰਿਓ, ਮੈਂ ਕੁਝ ਲਫ਼ਜ਼ ਯੂਜ਼ ਲੱਗਾ ਕਰਨ, ਚਾਹੇ ਕਿਸੇ ਕਮੇਟੀ ਦਾ ਕੋਈ ਮੈਂਬਰ ਹੋਵੇ, ਚਾਹੇ ਕੋਈ ਸਟੇਟ ਦਾ ਆਫੀਸਰ ਹੋਵੇ, ਚਾਹੇ ਕੋਈ ਲੀਡਰ ਹੋਵੇ, ਚਾਹੇ ਮੈਨੇਜਮੈਂਟ ਕਮੇਟੀ, ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚੋਂ ਹੋਵੇ, ਹਰ ਇੱਕ ਵਾਸਤੇ ਗੁਰੂ ਕਾ ਬਚਨ ਜਿਹੜਾ ਹੈ ਸੇਮ ਹੈ। ਕਿਸੇ ਵਾਸਤੇ ਐਸਾ ਨਹੀਂ ਕਿ ਕੁਝ ਸਪੈਸ਼ਲ ਆਪਾਂ ਤਿਆਰ ਕਰਕੇ ਉਹਨਾਂ ਨੂੰ ਵੱਖਰੇ ਤੌਰ ਤੇ ਛਕਾਇਆ ਜਾਏ। ਜੋ ਗੁਰੂ ਕੇ ਲੰਗਰ ਦੇ ਵਿੱਚ ਬਣਿਆ ਹੈ ਉਹੀ ਹਰ ਇੱਕ ਸਿੱਖ ਨੂੰ ਵਰਤਾਇਆ ਜਾਏ ਤੇ ਉਹੀ ਹਰ ਇੱਕ ਸਿੱਖ ਜਿਹੜਾ ਉਹ ਛਕੇਗਾ। ਗੁਰੂ ਕੇ ਲੰਗਰ ਵਾਸਤੇ ਜਿਹੜਾ ਸਪੈਸ਼ਲ ਲਫ਼ਜ਼ ਹੈ ਨਾ ਜੀ, ਸਟੇਟਸ ਵਾਈਜ਼, ਕਿ ਜੀ ਇਹ ਪ੍ਰਧਾਨ ਹੈ ਜਾਂ ਇਹ ਜੀ ਇਲਾਕੇ ਦਾ ਮੰਤਰੀ ਹੈ, ਇਸ ਸਟੇਟਸ ਦੀ ਗੁਰੂ ਕੇ ਲੰਗਰ ਦੇ ਵਿੱਚ ਕੋਈ ਕੀਮਤ ਨਹੀਂ ਹੈ। ਜਿਹੜਾ ਵੀ ਗੁਰੂ ਘਰ ਆ ਗਿਆ ਉਹ ਸੰਗਤ ਰੂਪ ਹੈ ਤੇ ਸੰਗਤ ਰੂਪ ਦੇ ਵਿੱਚ ਗੁਰੂ ਕੇ ਲੰਗਰ ਦੇ ਵਿੱਚ ਜੋ ਬਣਿਆ ਹੈ ਉਹੀ ਵਰਤਾਇਆ ਜਾਏਗਾ, ਉਹੀ ਛਕਾਇਆ ਜਾਏਗਾ।
ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਅੱਜ ਦੇਖਣ ਦੇ ਵਿੱਚ ਆਉਂਦਾ ਹੈ ਕਈ ਵਾਰ ਜੀ, ਗੁਰੂ ਸਾਹਿਬਾਂ ਨੇ ਤਾਂ ਐਸੇ ਵਿਤਕਰੇ ਕੀਤੇ ਨੇ, ਸਗੋਂ ਕਹਿ ਦਿੱਤਾ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਹ ਬਚਨ ਕਿਹਾ, ਕਹਿਣ ਲੱਗੇ ਭਰੇ ਨੂੰ ਭਰਨਾ ਨਹੀਂ। ਭਰੇ ਨੂੰ ਭਰਨਾ ਦਾ ਮਤਲਬ ਹੈ ਰੱਜੇ ਨੂੰ ਕੀ ਰਜਾਉਣਾ, ਰੱਜੇ ਨੂੰ ਕੀ ਰਜਾਉਣਾ। ਪਰ ਅਸੀਂ ਅੱਜ ਗੁਰੂ ਬਚਨਾਂ ਦੇ ਬਿਲਕੁਲ ਥੋੜਾ ਜਿਹਾ ਕਿਤੇ ਨਾ ਕਿਤੇ ਉਲਟ ਜਾ ਰਹੇ ਹਾਂ। ਰੱਜਿਆਂ ਨੂੰ ਰਜਾ ਰਹੇ ਹਾਂ, ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਮੇਂ ਤੇ ਕੁਝ ਐਸੇ ਸਾਹਮਣੇ ਆਉਂਦੇ ਨੇ ਜਿਹੜੇ ਗਰੀਬ ਨੂੰ ਛੱਡ ਕੇ ਰੱਜੇ ਹੋਏ ਨੂੰ ਰਜਾਉਣ ਦਾ ਯਤਨ ਕਰਦੇ ਨੇ। ਕਾਹਦੇ ਵਾਸਤੇ? ਕੇਵਲ ਆਪਣੇ ਕੁਝ ਮਤਲਬ ਦੇ ਲਈ ਕਹਿ ਲਈਏ, ਜਾਂ ਕਿਸੇ ਹੋਰ ਰੀਜ਼ਨ ਕਰਕੇ ਹੋ ਸਕਦਾ ਹੈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਭਲਿਓ ਯਾਦ ਰਹੇ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ। ਗੁਰੂ ਕੇ ਲੰਗਰ ਵਰਤਾਉਣ ਲੱਗਿਆਂ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਾ ਕੀਤਾ ਜਾਵੇ, ਕਿਸੇ ਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਪੱਖਪਾਤ, ਵਿਤਕਰਾ ਮਤਲਬ ਡਿਫਰੈਂਸ ਨਾ ਕੀਤਾ ਜਾਵੇ। ਹਰ ਇੱਕ ਨੂੰ ਇੱਕ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਪ੍ਰਸ਼ਾਦ ਵਰਤਾਇਆ ਜਾਏ। ਜੋ ਲੰਗਰ ਦੇ ਵਿੱਚ ਤਿਆਰ ਹੈ ਉਹੀ ਛਕਾਇਆ ਜਾਏ। ਸਪੈਸ਼ਲ ਜਿਹੜਾ ਵਰਡ ਹੈ ਇਹਦੇ ਵਾਸਤੇ ਗੁਰੂ ਕੇ ਲੰਗਰ ਦੇ ਵਿੱਚ ਕੋਈ ਥਾਂ ਨਹੀਂ। ਸੋ ਗੁਰੂ ਸਵਾਰਿਓ, ਇਹ 52 ਬਚਨਾਂ ਦੇ ਵਿੱਚੋਂ ਜਿਹੜੇ ਅੱਜ ਆਪਾਂ ਲਾਸਟ 5 ਬਚਨ ਵਿਚਾਰੇ ਨੇ, ਸਤਿਗੁਰੂ ਜੀ ਕਹਿੰਦੇ ਜੇ ਜੀਵਨ ਸਫਲ ਬਣਾਉਣਾ ਹੈ ਤੇ ਫਿਰ ਯਾਦ ਰਹੇ ਚੋਰੀ, ਯਾਰੀ, ਠੱਗੀ, ਧੋਖਾ, ਦਗਾ ਨਹੀਂ ਕਰਨਾ। ਇਹ ਐਸੇ ਔਗਣ ਨੇ ਜਿਹੜੇ ਇਨਸਾਨ ਨੂੰ ਉਹਦੀ ਮੰਜ਼ਿਲ ਤੱਕ ਪਹੁੰਚਣ ਤੋਂ ਰੋਕਣਗੇ। ਦੂਜਾ ਬਚਨ ਕਹਿਣ ਲੱਗੇ ਸਿੱਖ ਸਿੱਖ ਦਾ ਇਤਬਾਰ ਕਰੇ। ਸਿੱਖ ਦਾ ਸਿੱਖ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ, ਕਿਉਂਕਿ ਸਤਿਗੁਰਾਂ ਦਾ ਬਚਨ ਹੈ। ਪਾਤਸ਼ਾਹ ਜੀ ਕਹਿੰਦੇ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ। ਸਤਿਗੁਰੂ ਜੀ ਕਹਿੰਦੇ ਅਸੀਂ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਪਿਤਾ ਦੇ ਪੁੱਤਰ ਹੋਣ ਦੇ ਨਾਤੇ ਆਪਸ ਦੇ ਵਿੱਚ ਭਰਾ ਵਾਂ, ਤੇ ਭਰਾ ਹੋਣ ਦੇ ਨਾਤੇ ਹਰ ਇੱਕ ਸਿੱਖ ਦਾ ਦੂਜੇ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਵਿਸ਼ਵਾਸ ਵਾਲੀ ਜਿਹੜੀ ਗੱਲ ਹੈ ਨਾ, ਇਹ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਕਮੀ ਆ ਗਈ। ਅਸੀਂ ਕੰਨਾਂ ਦੇ ਕੱਚੇ ਹੋ ਗਏ। ਕੰਨਾਂ ਦੇ ਕੱਚੇ ਦਾ ਮਤਲਬ ਹੈ ਕਿ ਜੇਕਰ ਕਿਸੇ ਨੇ ਕਿਸੇ ਦੇ ਪ੍ਰਤੀ ਕੋਈ ਗੱਲ ਕਹਿ ਦਿੱਤੀ, ਬਿਨਾਂ ਸੋਚੇ ਸਮਝੇ ਅਸੀਂ ਉਹਦੀ ਕਹੀ ਹੋਈ ਗੱਲ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਹਾਂ, ਪਰ ਇਹ ਕਦੇ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜੋ ਮੈਂ ਸੁਣਿਆ ਹੈ ਇਹ ਸੱਚ ਵੀ ਹੈ ਜਾਂ ਨਹੀਂ। ਸਤਿਗੁਰੂ ਜੀ ਕਹਿੰਦੇ ਸਿੱਖ ਸਿੱਖ ਦਾ ਇਤਬਾਰ ਕਰੇ, ਝੂਠੀ ਗਵਾਹੀ ਨਹੀਂ ਦੇਣੀ। ਸਿੱਖ ਕਦੇ ਵੀ ਝੂਠੀ ਗਵਾਹੀ ਨਾ ਦੇਵੇ, ਕਿਉਂਕਿ ਸਿੱਖ ਦਾ ਜੀਵਨ ਇਹ ਇਜਾਜ਼ਤ ਨਹੀਂ ਦਿੰਦਾ। ਗੁਰੂ ਦਾ ਉਪਦੇਸ਼ ਇਹ ਇਜਾਜ਼ਤ ਨਹੀਂ ਦਿੰਦਾ ਕਿ ਸਿੱਖ ਕਦੇ ਝੂਠ ਦਾ ਸਹਾਰਾ ਲਵੇ। ਨਾ ਉਹ ਝੂਠ ਬੋਲੇ, ਦਰੋਗ ਨਹੀਂ ਕਹਿਣਾ, ਨਾ ਉਹ ਝੂਠ ਬੋਲੇ ਤੇ ਨਾ ਹੀ ਝੂਠੀ ਗਵਾਹੀ ਦੇ। ਤੇ ਸਤਿਗੁਰੂ ਜੀ ਫਿਰ ਲਾਸਟ ਬਚਨ ਦੇ ਵਿੱਚ ਸਮਝਾਉਂਦੇ ਨੇ ਕਿ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ। ਗੁਰੂ ਕੇ ਲੰਗਰ ਵਰਤਾਉਣ ਲੱਗਿਆਂ, ਡਿਸਟ੍ਰੀਬਿਊਟ ਕਰਨ ਲੱਗਿਆਂ ਕਿਸੇ ਵੀ ਪ੍ਰਕਾਰ ਦਾ ਕੋਈ ਵਿਤਕਰਾ ਨਾ ਕੀਤਾ ਜਾਵੇ। ਸੋ ਇਹ ਸਤਿਗੁਰਾਂ ਦੇ 52 ਬਚਨ ਅੱਜ ਕੰਪਲੀਟ ਹੁੰਦੇ ਨੇ। ਗੁਰੂ ਕਿਰਪਾ ਕਰੇ ਕਿਤੇ ਨਾ ਕਿਤੇ ਇਹਨਾਂ ਬਚਨਾਂ ਦੇ ਵਿੱਚੋਂ ਕਿਤੇ ਕਿਣਕਾ ਮਾਤਰ ਸਾਡੇ ਜੀਵਨ ਦੇ ਵਿੱਚ ਵਸ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾ ਜੀ ਕਿ ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਹਿੰਦੇ ਜਿਹਦੇ ਅੰਦਰ ਇੱਕ ਕਿਣਕਾ ਵਸ ਗਿਆ ਉਹਦੀ ਵਡਿਆਈ ਵੀ ਕਹਿਣ ਤੋਂ ਬਾਹਰ ਹੋ ਜਾਂਦੀ ਹੈ। ਗੁਰੂ ਕਿਰਪਾ ਕਰੇ ਕਿਤੇ ਇਹਨਾਂ 52 ਬਚਨਾਂ ਦੇ ਵਿੱਚੋਂ ਕਿਣਕਾ ਮਾਤਰ ਹੀ ਸਾਡੇ ਅੰਦਰ ਵਸ ਜਾਏ, ਤਾਂ ਕਿ ਸਾਡਾ ਜੀਵਨ ਗੁਰੂ ਬਚਨਾਂ ਦੇ ਮੁਤਾਬਕ ਬਣ ਕੇ ਗੁਰੂ ਦੀ ਨਜ਼ਰ ਦੇ ਵਿੱਚ ਅਸੀਂ ਪ੍ਰਵਾਨ ਹੋ ਸਕੀਏ, ਆਪਣੇ ਜੀਵਨ ਨੂੰ ਸਫਲ ਬਣਾ ਸਕੀਏ, ਆਪਣਾ ਆਇਆ ਹੋਇਆ ਇਸ ਸੰਸਾਰ ਦੇ ਵਿੱਚ ਸਫਲਾ ਬਣਾ ਸਕੀਏ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।